ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਲੈ ਕੇ ਹਾਜ਼ਰ ਹਾਂ ਇੱਕ ਵਿਸ਼ੇਸ਼ ਮੁਲਾਕਾਤ ਵਿਦੇਸ਼ ਤੋਂ। ਰਜਿੰਦਰ ਤੱਗੜ ਵੱਲੋਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਅੱਜ ਦੀ ਇਸ ਮੁਲਾਕਾਤ ਵਿੱਚ ਅਸੀਂ ਇਸ ਗੱਲ ਬਾਰੇ ਜ਼ਿਕਰ ਕਰਾਂਗੇ ਕਿ ਕਿਵੇਂ NRIs ਨੂੰ ਪੰਜਾਬ ਆਉਣ ਤੇ ਝੂਠੇ ਕੇਸਾਂ ਵਿੱਚ ਫਸਾਇਆ ਜਾਂਦਾ ਹੈ ਤੇ ਉਹਨਾਂ ਤੋਂ ਉਗਰਾਹੀ ਕੀਤੀ ਜਾਂਦੀ ਹੈ ਜਾਂ ਉਗਰਾਹੀ ਕਰਨ ਦੀ ਮਨਸ਼ਾ ਰੱਖੀ ਜਾਂਦੀ ਹੈ। ਉਹਨਾਂ ਦੇ estranged relatives, ਨਾਰਾਜ਼ ਰਿਸ਼ਤੇਦਾਰ ਜਿਹੜੇ ਕਿ ਪੁਲਿਸ ਦੀ ਮਦਦ ਲੈ ਕੇ ਉਹਨਾਂ ਨੂੰ ਕੇਸਾਂ ਵਿੱਚ ਫਸਾਉਂਦੇ ਆ, ਸੱਚੇ ਝੂਠੇ ਕੇਸਾਂ ਵਿੱਚ, ਤੇ ਫਿਰ ਉਹਨਾਂ ਦੀ ਔਰਡੀਲ ਸ਼ੁਰੂ ਹੋ ਜਾਂਦੀ ਆ। ਔਰਡੀਲ ਮੀਨਸ ਉਹਨਾਂ ਦੀ ਤਕਲੀਫ ਦੀ, ਦੁੱਖ ਦੀ ਦਾਸਤਾਨ ਸ਼ੁਰੂ ਹੋ ਜਾਂਦੀ ਹੈ। ਸੋ ਅੱਜ ਇਸ ਪ੍ਰੋਗਰਾਮ ਵਿੱਚ ਆਓ ਆਪਾਂ ਸਵਾਗਤ ਕਰਦੇ ਹਾਂ ਸਰਦਾਰ ਦਲਜੀਤ ਸਿੰਘ ਗਰੇਵਾਲ ਦਾ। ਸਤਿ ਸ੍ਰੀ ਅਕਾਲ ਜੀ ਗਰੇਵਾਲ ਸਾਹਿਬ। ਸਤਿ ਸ੍ਰੀ ਅਕਾਲ ਤੱਗੜ ਸਾਹਿਬ। ਆਪ ਜੀ ਦਾ ਚੈਨਲ ਸਾਰੇ ਦਰਸ਼ਕਾਂ ਨੂੰ, ਦੇਖਣ ਵਾਲਿਆਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਇਸ ਲਾਇਕ ਸਮਝਿਆ ਵੀ ਮੈਨੂੰ ਜਿਹੜਾ ਤੁਸੀਂ ਆਨਲਾਈਨ ਲੈ ਕੇ ਆਵੋ। ਗਰੇਵਾਲ ਸਾਹਿਬ, ਤੁਸੀਂ ਲੁਧਿਆਣੇ ਦੇ ਪਿੰਡ ਗੁਜਰਵਾਲ ਤੋਂ ਬਿਲੋਂਗ ਕਰਦੇ ਹੋ, ਰਹਿਣ ਵਾਲੇ ਹੋ, ਉੱਥੋਂ ਦਾ ਪਿਛੋਕੜ ਤੁਹਾਡਾ ਉੱਥੋਂ ਦਾ। ਤੁਸੀਂ 37-38 ਸਾਲ ਤੋਂ ਵਿਦੇਸ਼ 'ਚ ਰਹਿ ਰਹੇ ਹੋ। ਤੁਹਾਡਾ ਸਿਟੀਜ਼ਨਸ਼ਿਪ ਨਿਊਜ਼ੀਲੈਂਡ ਦੀ ਵੀ ਹੈ, UK ਦੀ ਵੀ ਹੈ। ਤੁਹਾਡਾ ਵਪਾਰ ਫਿਜੀ ਦੇ ਵਿੱਚ ਆ। 600 ਏਕੜ ਜ਼ਮੀਨ ਤੇ ਤੁਸੀਂ ਐਕਸਪੋਰਟ ਓਰੀਐਂਟਡ ਫਾਰਮਿੰਗ ਕਰਾਉਂਦੇ ਹੋ, ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ। ਤੁਸੀਂ ਇੱਕ ਕਾਮਯਾਬ NRI ਹੋ ਔਰ ਤੁਸੀਂ ਮੈਨੂੰ ਇਹ ਵੀ ਦੱਸਿਆ ਕਿ ਤੁਸੀਂ 3.5 ਕੇ 4 ਪਾਉਂਡ ਨਾਲ ਇੰਗਲੈਂਡ ਗਏ ਸੀ ਆਪਣੀ ਬਚਪਨ ਦੀ ਸਥਿਤੀ ਦੇ ਵਿੱਚ, ਉਮਰ ਵਿੱਚ। ਉੱਥੋਂ ਤੁਸੀਂ ਫਿਰ ਮਿਹਨਤ ਕਰਕੇ, ਤਰੱਕੀ ਕਰਕੇ ਇਸ ਮੁਕਾਮ ਤੱਕ ਪਹੁੰਚੇ ਹੋ। ਹੁਣ ਗੱਲ ਕਰਦੇ ਹਾਂ ਤੁਹਾਡੀ ਪਰੇਸ਼ਾਨੀ ਦੀ, ਤੁਹਾਡੇ ਦੁੱਖ ਦੀ, ਤਕਲੀਫ ਦੀ। ਤੁਹਾਨੂੰ ਪੰਜਾਬ ਨਾਲ, ਪੰਜਾਬ ਦੀ ਪੁਲਿਸ ਨਾਲ, ਪੰਜਾਬ ਦੀ ਸਰਕਾਰ ਨਾਲ ਕੀ ਸ਼ਿਕਾਇਤ ਆ? ਇਹਦੇ ਬਾਰੇ ਸਾਨੂੰ ਤੁਸੀਂ ਜਾਣਕਾਰੀ ਦਿਓ, ਸੰਖੇਪ ਦੇ ਵਿੱਚ ਦਿਓ। ਪਹਿਲਾਂ ਤੁਹਾਡਾ ਜਿਹੜਾ ਹੁਣ ਵਾਲਾ ਕੇਸ ਹੈ 2011 ਵਾਲਾ, ਉਹਦੇ ਬਾਰੇ ਗੱਲ ਕਰੋ ਜੀ। ਕਿਵੇਂ ਹੋਇਆ ਤੁਹਾਡੇ ਤੇ ਪਰਚਾ ਦਰਜ? ਇਹ ਤੱਗੜ ਸਾਹਿਬ, ਮੇਰੀ ਗੈਰ ਹਾਜ਼ਰੀ, ਮੈਂ 8 ਜਨਵਰੀ 2005 ਤੋਂ ਬਾਅਦ ਮੈਂ ਕਦੇ ਇੰਡੀਆ ਕਦੇ ਨਹੀਂ ਆਇਆ, ਕਿਉਂਕਿ ਮੈਂ ਆਪਣੀ ਮਦਰ ਨੂੰ ਮਿਲ ਕੇ 8 ਜਨਵਰੀ 2005 ਨੂੰ ਨਿਊਜ਼ੀਲੈਂਡ ਆ ਗਿਆ ਤੇ ਉਸ ਤੋਂ ਬਾਅਦ ਮੈਂ ਕਦੇ ਨਹੀਂ ਆਇਆ। ਪਹਿਲਾ ਇੱਕ ਕੇਸ ਮੇਰੇ ਤੇ ਝੂਠਾ, ਜਿਹੜਾ ਪੰਜਾਬ ਪੁਲਿਸ ਦੀ ਮਿਹਰਬਾਨੀ ਦੇ ਨਾਲ 26/12/2005 ਨੂੰ ਨੀਅਰਲੀ ਅਬਾਊਟ 1 ਸਾਲ ਬਾਅਦ ਮੇਰੇ ਤੇ ਦਰਜ ਕੀਤਾ ਇਹਨਾਂ ਨੇ ਵੀ ਇੱਕ ਦਿਨ ਪਹਿਲਾਂ ਦਲਜੀਤ ਸਿੰਘ ਗਰੇਵਾਲ ਭੱਜ ਗਿਆ। ਤੇ ਉਹ ਤੋਂ ਬਾਅਦ ਫਿਰ ਕਨਫਿਊਜ਼ਨ ਹੋ ਜਾਣਾ। ਮੈਂ ਬੇਨਤੀ ਕੀਤੀ ਹੈ ਉਹ ਛੱਡ ਦਿਓ। ਪਿਛਲਾ ਕੇਸ ਜਿਹੜਾ 2005 ਵਾਲਾ ਹੈ, ਉਹ ਤੁਹਾਡਾ ਲੈਂਡ ਡਿਸਪਿਊਟ ਸੀ, ਪਾਵਰ ਆਫ ਅਟਾਰਨੀ ਦਾ ਝਗੜਾ ਸੀ। ਉਹ ਤੁਸੀਂ ਬਰੀ ਹੋ ਚੁੱਕੇ ਹੋ, ਤੁਹਾਨੂੰ ਕਲੀਨ ਚਿੱਟ ਮਿਲ ਚੁੱਕੀ ਆ, ਉਹ ਛੱਡ ਦਿਓ। ਤੁਸੀਂ ਹੁਣ ਜਿਹੜਾ ਤੁਹਾਡੇ ਤੇ ਦੂਜਾ ਮੁਕੱਦਮਾ ਦਰਜ ਹੋਇਆ 2011 ਦੇ ਵਿੱਚ, ਜਿਹਦੇ ਵਿੱਚ ਤੁਸੀਂ ਹਜੇ ਵੀ ਫਸੇ ਹੋਏ ਹੋ, ਹਜੇ ਵੀ ਪ੍ਰੋਕਲੇਮਡ ਅਫੈਂਡਰ ਹੋ, ਉਹਦੇ ਬਾਰੇ ਡਿਟੇਲ 'ਚ ਗੱਲ ਕਰੋ ਜੀ। ਹਾਂ ਜੀ, ਮੈਂ ਉਹਦੇ 'ਚ ਡਿਟੇਲ ਬਾਰੇ 'ਚ ਮੈਂ ਦੱਸਣਾ ਚਾਹੁੰਦਾ ਜੀ। ਇੱਕ ਮੈਂ 2011 ਦੇ ਵਿੱਚ ਮੇਰੇ ਕੁਝ ਰਿਸ਼ਤੇਦਾਰ ਤੇ ਕੁਝ ਜਾਣਨ ਵਾਲਿਆਂ ਦੇ ਰਾਹੀਂ ਉਹ ਮੇਰੇ ਕੋਲੇ, ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਵੀ ਇਨਵੈਸਟ ਕਰ ਸਕਦੇ ਹਾਂ ਪੈਸਾ, ਕਿਉਂਕਿ ਜਿਵੇਂ ਮੈਂ ਇਨਵੈਸਟਰ ਹਾਂ ਇੱਥੇ, ਮੈਂ ਆਪਦੀ ਸਖਤ ਮਿਹਨਤ ਦੇ ਨਾਲ ਮੈਂ 600 ਏਕੜ ਦੇ ਉੱਤੇ ਫਾਰਮਿੰਗ ਕਰ ਰਿਹਾ ਤੇ ਐਕਸਪੋਰਟ ਕਰ ਰਿਹਾ। ਮੈਂ ਮੇਰੇ ਜਿਹੜੇ ਪ੍ਰੋਡਕਟ ਨੇ ਨਿਊਜ਼ੀਲੈਂਡ, ਫਿਜੀ ਤੋਂ ਜਾ ਰਹੇ ਨੇ ਤੇ ਅਮਰੀਕਾ ਤੇ ਆਸਟ੍ਰੇਲੀਆ, ਇਹ 3 ਕੰਟਰੀਆਂ ਨੂੰ ਮੇਰੇ ਜਾ ਰਹੇ ਨੇ ਤੇ ਬਾਕੀਆਂ ਨੂੰ ਅਸੀਂ ਜਾਣ ਦੀ ਤਿਆਰੀ, ਭੇਜਣ ਦੀ ਤਿਆਰੀ ਕਰ ਰਹੇ ਹਾਂ। ਇਸ ਕੇਸ ਦੇ ਵਿੱਚ ਇਹ ਹੈ ਜੀ, ਮੇਰੇ ਕੁਝ ਰਿਸ਼ਤੇਦਾਰ ਤੇ ਕੁਝ ਮੈਨੂੰ ਜਾਣਨ ਵਾਲੇ ਇਹ ਆਪਦੀ ਮਨਸ਼ਾ ਲੈ ਕੇ ਆਏ ਇੱਥੇ। ਇਹ ਕੁਝ ਇਨਵੈਸਟ ਕਰਨਾ ਚਾਹੁੰਦੇ ਸੀ, ਕੁਝ ਇੱਥੇ ਕੰਮ ਕਰਨਾ ਚਾਹੁੰਦੇ ਸੀ। ਤੇ ਉਹਨਾਂ ਨੇ ਆਪਦੀ ਜਦੋਂ ਇੱਛਾ ਜ਼ਾਹਰ ਕੀਤੀ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਪਹਿਲਾਂ ਤੁਸੀਂ ਆਪਦਾ ਆ ਕੇ ਇਸ ਕੰਟਰੀ ਦੇ ਵਿੱਚ ਦੇਖ ਲਓ, ਵੀ ਜੇ ਤੁਹਾਨੂੰ ਚੰਗਾ ਲੱਗੂਗਾ ਤੁਸੀਂ ਇਨਵੈਸਟ ਵੀ ਕਰ ਸਕਦੇ ਹੋ, ਤੁਸੀਂ ਜੋਬ ਜਿਹੜੇ ਤੁਹਾਡੇ ਜੋਬ ਵਰਕ ਪਰਮਿਟ ਆ ਉਹ ਵੀ ਤੁਹਾਨੂੰ ਮਿਲ ਸਕਦੇ ਨੇ। ਪਰ ਗੱਲ ਇਹ ਆ ਵੀ ਡਿਪੈਂਡ ਕਰਦਾ ਵੀ ਬੰਦਾ ਕੀ ਕਰ ਸਕਦਾ ਤੇ ਉਹਦੇ ਲਈ ਤੁਹਾਨੂੰ ਦੇਖਣਾ ਪਊਗਾ। ਪਹਿਲਾਂ ਤੁਸੀਂ ਆ ਕੇ ਇੱਥੇ ਚੱਕਰ ਲਗਾਓ। ਉਹਨਾਂ ਨੇ ਇੱਥੇ ਆ ਕੇ ਇੱਕ ਟ੍ਰਿਪ ਲਗਾਇਆ, ਚੱਕਰ ਲਾਇਆ ਤੇ ਉਹਨਾਂ ਦੀ ਮੈਂ ਸਾਰੇ ਗੌਰਮੈਂਟ ਦੇ ਮਹਿਕਮਿਆਂ ਦੇ ਨਾਲ ਉਹਨਾਂ ਦੀ ਬਕਾਇਦਾ ਉਹਨਾਂ ਦੀ ਮੀਟਿੰਗ ਕਰਵਾਈ ਤੇ ਉਹ ਤੋਂ ਬਾਅਦ ਦੇ ਵਿੱਚ
ਮੀਟਿੰਗ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿਖਾਈਆਂ, ਫਾਰਮਿੰਗ ਏਰੀਆ ਦਿਖਾਇਆ, ਸਾਰਾ ਕੁਝ। ਤੇ ਉਹਨਾਂ ਦੇ ਵਿੱਚੋਂ ਜਿਹੜੇ ਅਬਾਊਟ 3-4 ਬੰਦੇ ਸੀਗੇ ਜਿਹੜੇ ਉਹ ਲੱਗ ਰਿਹਾ ਸੀ ਜਿਵੇਂ ਕੋਈ ਨਸ਼ਈ ਹੁੰਦੇ ਨੇ, ਕਿਉਂਕਿ ਮੈਂ ਉਹਨਾਂ ਨੂੰ ਪਹਿਲਾਂ ਕਿਸੇ ਨੂੰ ਨਹੀਂ ਜਾਣਦਾ ਸੀ ਸਿਵਾਏ ਆਪਦੀ ਸਕੀ ਮਾਸੀ ਦੇ ਪੁੱਤ ਤੋਂ ਬਿਨਾਂ। ਮੈਂ ਬਾਕੀਆਂ ਨੂੰ ਸਿਰਫ ਮੈਂ ਬਾਕੀ ਕਨੈਕਸ਼ਨਾਂ ਰਾਹੀਂ ਜਾਣਦਾ ਸੀ, ਜਿਵੇਂ ਮੇਰੇ ਇੱਕ ਪਿੰਡ ਦਾ ਦੋਹਤਾ ਸੀਗਾ ਤੇ ਦੂਜਾ ਮੇਰੇ ਪਿੰਡ ਦੇ ਮੁੰਡੇ ਦਾ ਲੜਕਾ ਸੀਗਾ, ਤੇ ਉਹਨਾਂ ਨੂੰ ਮੈਂ ਬਹੁਤ ਚਿਰ ਪਹਿਲਾਂ ਮੈਂ ਕਦੇ ਦੇਖਿਆ ਨਹੀਂ ਸੀਗਾ ਕਦੇ ਜ਼ਿੰਦਗੀ ਦੇ ਵਿੱਚ, ਉਹ ਪਹਿਲੀ ਵਾਰੀ ਮੈਨੂੰ ਮਿਲੇ ਸੀ। ਜਿੰਨਾ ਗਰੁੱਪ ਆਇਆ ਕੁਝ ਇਨਵੈਸਟ ਕਰਨ ਲਈ ਜਾਂ ਕੁਝ ਜੋਬਾਂ ਦੇਖਣ ਲਈ, ਉਹ ਸਾਰੇ ਜਿਹੜੇ ਬੰਦੇ ਸੀਗੇ ਉਹ ਇੱਕ ਮੇਰੇ ਲਈ ਇੱਕ ਬਣਾ ਕੇ ਲੈ ਕੇ ਆਏ, ਇੱਕ ਉਹਨੂੰ ਕਿਹਾ ਜਾ ਸਕਦਾ ਐਫੀਡੇਵਿਟ ਜਾਂ ਉਹਨੂੰ ਰਾਈਟਿੰਗ ਦੇ ਵਿੱਚ, ਕਿਉਂਕਿ ਇੱਥੇ ਆਰਮੀ ਦਾ ਰਾਜ ਸੀ। ਮੈਨੂੰ ਪਤਾ ਵੀ ਜਿਹੜੇ ਬੰਦੇ ਆਪਣੇ ਨੇ ਉਹ ਕਈ ਕੁਛ ਆ ਕੇ ਗਲਤ ਕੰਮ ਕਰ ਜਾਂਦੇ ਨੇ, ਤੇ ਮੈਂ ਨਹੀਂ ਸੀ ਚਾਹੁੰਦਾ ਵੀ ਮੇਰੇ ਉੱਤੇ ਕੋਈ ਇਹੋ ਜਿਹੀ ਪ੍ਰੋਬਲਮ ਆਵੇ, ਕਿਉਂਕਿ ਮੇਰਾ ਕੋਈ ਇਰਾਦਾ ਜਿਹੜਾ ਮੇਰਾ ਸਾਫ਼ ਇਰਾਦਾ ਸੀਗਾ ਇਨਵੈਸਟਮੈਂਟ ਦਾ, ਜਿਹੜਾ ਮੈਂ 11 ਸਾਲ ਤੋਂ ਮੈਂ ਇਸ ਨੂੰ ਕਾਮਯਾਬ ਕੀਤਾ। 11 ਸਾਲ ਮੈਨੂੰ ਲੱਗੇ ਨੇ। ਤੇ ਉਹ ਬੰਦਿਆਂ ਨੇ ਮੇਰੇ ਉੱਤੇ ਇਲਜ਼ਾਮ ਲਾਇਆ ਜਾਂ ਝੂਠਾ ਪਰਚਾ ਦਰਜ ਕਰਾਇਆ 2011 ਦੇ ਵਿੱਚ। ਨਾ ਤਾਂ ਮੈਂ ਕਦੇ ਕੰਟਰੀ ਦੇ ਵਿੱਚ ਗਿਆ ਇੰਡੀਆ ਦੇ ਵਿੱਚ, ਨਾ ਹੀ ਮੈਂ ਉਹਨਾਂ ਤੋਂ ਕਦੇ ਕੋਈ ਪੈਸਾ ਲਿਆ। ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਵੀ 8-8 ਲੱਖ ਰੁਪਈਆ ਜਿਹੜਾ ਉਹ ਗਰੇਵਾਲ ਨੂੰ ਅਸੀਂ ਦਿੱਤਾ। ਉਹਨਾਂ ਨੇ ਦੱਸਿਆ ਵੀ 3-3 ਲੱਖ ਰੁਪਏ ਦੀ ਇੰਡੀਆ ਦੀ ਕਰੰਸੀ ਲਿਜਾ ਕੇ ਅਸੀਂ ਗਰੇਵਾਲ ਨੂੰ ਦੇਤੀ ਤੇ 2-2 ਹਜ਼ਾਰ ਅਮਰੀਕਾ ਦਾ ਡਾਲਰ ਲੈ ਕੇ ਦੇਤਾ। ਉਹ 9 ਬੰਦਿਆਂ ਦਾ ਗਰੁੱਪ ਸੀਗਾ ਤੇ ਕਾਫੀ ਪੈਸੇ, ਵੱਡਾ ਰਕਮ ਬਣਦੀ ਆ। ਮੈਨੂੰ ਸਮਝ ਨਹੀਂ ਆਉਂਦੀ ਵੀ ਇੰਡੀਆ ਦੀ ਗਵਰਨਮੈਂਟ ਦਾ ਇਹ ਜਿਹੜਾ ਲਾਅ ਆ ਬਈ ਤੁਸੀਂ ਜਿਹੜੀ ਇੰਡੀਆ ਦੀ ਕਰੰਸੀ ਆ 10,000 ਰੁਪਏ ਤੋਂ ਜ਼ਿਆਦਾ ਵੱਧ ਲਿਆ ਨਹੀਂ ਸਕਦੇ। ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਦੇ ਅਸੀਂ ਇੱਕ ਬੋਰੀ ਦੇ ਵਿੱਚ ਪਾ ਕੇ ਲੈ ਗਏ ਤੇ ਉਹਦੇ ਕਰੋੜਾਂ ਰੁਪਈਆ ਜਿਹੜਾ ਬਣਦਾ ਉਹ। ਤੇ ਬਾਕੀ ਗੱਲ ਹੈ ਜਿਹੜਾ ਇੰਡੀਆ ਦਾ ਸਿਟੀਜ਼ਨ ਆ, ਜਦੋਂ ਕਦੇ ਵੀ ਕਿਸੇ ਕੰਟਰੀ ਨੂੰ ਜਾਂਦਾ ਉਹ ਬਕਾਇਦਾ ਬੈਂਕ, ਰਿਜ਼ਰਵ ਬੈਂਕ ਤੋਂ ਜਾਂ ਫਿਰ ਉਹ ਆਪਦੇ ਜਿਹੜੇ ਕਰੰਸੀ ਲੈਂਦਾ, ਅਮਰੀਕਨ ਡਾਲਰ ਲੈਂਦਾ ਜਾਂ ਆਸਟ੍ਰੇਲੀਅਨ, ਨਿਊਜ਼ੀਲੈਂਡ ਜਾਂ ਕੋਈ ਵੀ ਕਰੰਸੀ ਲੈਂਦਾ, ਤੇ ਜਾਂ ਫਿਰ ਉਹਦੇ ਟਰੈਵਲ ਚੈੱਕ ਬਣਾਉਂਦਾ। ਉਹ ਜਿਹੜਾ ਅਮਾਊਂਟ ਆ ਉਹ ਇੰਨਾ ਕੁ ਬਣ ਜਾਂਦਾ ਵੀ ਜਿਹੜਾ ਫਿਜੀ ਗਵਰਨਮੈਂਟ ਅਲਾਓ ਵੀ ਨਹੀਂ ਕਰਦੀ। ਸਿਰਫ ਫਿਜੀ ਗਵਰਨਮੈਂਟ ਅਲਾਓ ਕਰਦੀ ਹੈ ਸਿਰਫ 10,000 ਫਿਜੀਅਨ ਡਾਲਰ, ਜਿਹੜਾ ਕਿ ਉਸ ਅਮਾਊਂਟ ਦੇ ਹਿਸਾਬ ਦੇ ਨਾਲ ਜਿਹੜਾ 2.5 ਲੱਖ ਰੁਪਏ ਤੋਂ ਜ਼ਿਆਦਾ ਤੁਸੀਂ ਲਿਆ ਨਹੀਂ ਸਕਦੇ। ਅਬਾਊਟ 2-2.5 ਲੱਖ ਰੁਪਏ ਤੋਂ ਜ਼ਿਆਦਾ ਤੁਸੀਂ ਇਸ ਕੰਟਰੀ 'ਚ ਨਹੀਂ ਲਿਆ ਸਕਦੇ। 3 ਜਿਹੜੇ ਬੰਦਾ ਬਾਰਡਰ ਕ੍ਰਾਸ ਕਰਕੇ ਆਇਆ ਉਹ ਇੰਪੋਸੀਬਲ ਆ। ਪਹਿਲੀ ਗੱਲ ਇਹ ਆ ਵੀ ਜਿਹੜੇ ਪੰਜਾਬ ਪੁਲਿਸ ਵਾਲੇ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਜਿਹੜਾ ਇਹ ਬੰਦਾ ਕੋਈ ਕੇਸ ਕਿਸੇ ਦੇ ਉੱਤੇ ਦਰਜ ਕਰਾ ਰਿਹਾ ਉਸ ਕੰਟਰੀ ਦਾ ਸਿਟੀਜ਼ਨ ਵੀ ਨਹੀਂ, ਉਹ ਨਾ ਹੀ ਕਦੇ ਕੰਟਰੀ ਦੇ ਵਿੱਚ ਆਇਆ, ਨਾ ਹੀ ਉਹਨਾਂ ਤੋਂ ਐਵੀਡੈਂਸ ਮੰਗਦੇ ਨੇ, ਤੇ ਉਹ ਦੱਸ ਦਿੰਦੇ ਨੇ ਇੱਕ ਵੇਰਵਾ ਪਾ ਦਿੰਦੇ ਨੇ। ਗਰੇਵਾਲ ਸਾਹਿਬ ਸੌਰੀ ਟੂ ਇੰਟਰਪਟ ਯੂ, ਪਹਿਲਾਂ ਤਾਂ ਫਰੇਮ 'ਚ ਆ ਜਾਓ, ਸੈਂਟਰ 'ਚ ਹੋ ਜਾਓ। ਮੈਂ ਬੇਨਤੀ ਤੁਹਾਨੂੰ ਪਹਿਲਾਂ ਵੀ ਕੀਤੀ ਆ, ਤੁਸੀਂ ਫਰੇਮ ਤੋਂ ਬਾਹਰ ਜਾ ਰਹੇ ਹੋ, ਆਪਣਾ ਕੈਮਰਾ ਐਡਜਸਟ ਕਰੋ। ਹਾਂਜੀ ਹੁਣ ਠੀਕ ਆ ਸਰ। ਤੇ ਹਾਂ, ਹੁਣ ਮੈਂ ਤੁਹਾਨੂੰ ਜਿਹੜੇ ਸਵਾਲ ਕਰਦਾ ਉਹਨਾਂ ਦੇ ਜਵਾਬ ਦਿਓ। ਹਜੇ ਵੀ ਤੁਸੀਂ ਫਰੇਮ 'ਚ ਹੈ ਨਹੀਂਗੇ, ਹਜੇ ਵੀ ਫਰੇਮ 'ਚ ਹੈ ਨਹੀਂ, ਸਾਈਡ ਤੇ ਇੱਧਰ ਨੂੰ ਹੋ ਜਾਓ ਥੋੜਾ ਜਿਹਾ। ਐਨੀਵੇ, ਤੁਹਾਡੇ ਦੇ ਦੋਸ਼ ਸੀ ਕਿ ਤੁਸੀਂ ਫਿਜੀ ਦੇ ਵਿੱਚ ਇਹਨਾਂ 9 ਬੰਦਿਆਂ ਤੋਂ 3-3 ਲੱਖ ਰੁਪਇਆ ਲਿਆ। ਤੁਹਾਡੀ ਇੱਕ ਏਜੰਟ ਨਵਾਂ ਸ਼ਹਿਰ ਦੇ ਵਿੱਚ ਪਰਮਜੀਤ ਕੌਰ ਡਰੌਲੀ ਭਾਈ ਕੇ ਪੱਤੀ ਕਮਾਲ ਕੇ ਦੇ ਪਿੰਡ ਦੀ ਰਹਿਣ ਵਾਲੀ, ਉਹਨੇ ਕੁਛ ਪੈਸੇ ਉੱਥੇ ਫੜੇ ਨਵਾਂ ਸ਼ਹਿਰ ਤੋਂ, ਤੇ ਇਹਨਾਂ ਨੂੰ ਟਿਕਟ ਦਵਾ ਕੇ ਫਿਜੀ ਲਿਆਈ। ਇਹਨਾਂ ਦਾ ਇਲਜ਼ਾਮ ਹੈ ਕਿ ਤੁਸੀਂ ਇਹਨਾਂ ਨੂੰ ਵਾਅਦਾ ਕੀਤਾ ਕਿ ਤੁਹਾਨੂੰ ਮੈਂ ਨਿਊਜ਼ੀਲੈਂਡ ਲੈ ਜਾਊਂਗਾ, ਨਿਊਜ਼ੀਲੈਂਡ ਲਿਜਾ ਕੇ ਤੁਹਾਨੂੰ ਕਹਿੰਦੇ ਜੀ ਪਰਮਿਟ ਦਵਾ ਦੂੰਗਾ, ਵਰਕ ਪਰਮਿਟ, ਜਿਹੜਾ ਕਿ ਨਹੀਂ ਦਵਾਇਆ, ਨਾ ਤੁਸੀਂ ਪੈਸੇ ਵਾਪਸ ਕੀਤੇ। ਫਿਰ ਹੁਣ ਤੁਹਾਡੀ ਦਲੀਲ ਆ ਕਿ ਜੀ ਇਹ ਬੰਦੇ ਤਾਂ ਫਿਜੀ ਵਾਸਤੇ ਹੀ ਆਏ ਸੀ, ਇੱਥੇ ਐਜ਼ ਇਨਵੈਸਟਰ ਵੀਜ਼ਾ ਲੈਣ ਵਾਸਤੇ ਆਏ ਸੀ। ਦੂਜੀ ਤੁਸੀਂ ਮੈਨੂੰ ਇਹ ਵੀ ਦੱਸਿਆ ਗੱਲ ਕਿ ਇਹਨਾਂ ਸਾਰਿਆਂ ਕੋਲ ਫਿਜੀ ਦੀ ਏਅਰਪਲੇਨ ਦੀ ਰਿਟਰਨ ਟਿਕਟ ਸੀ। ਜਦੋਂ ਇਹਨਾਂ ਨੂੰ ਇਹ ਸਪਸ਼ਟ ਸੀ ਕਿ ਇਹਨਾਂ ਨੇ ਫਿਜੀ ਜਾਣਾ, ਫਿਜੀ ਤੋਂ ਹੀ ਵਾਪਸ ਆਉਣਾ। ਸੋ ਇਹਨਾਂ ਦਾ ਜਿਹੜਾ ਇਲਜ਼ਾਮ ਆ ਉਹ ਤੁਹਾਡੇ ਕਹਿਣ ਦੇ ਮੁਤਾਬਕ ਸਹੀ ਨਹੀਂ ਸੀ। ਹੁਣ ਅਗਲੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਮੈਨੂੰ, ਕਿਉਂਕਿ ਤੁਸੀਂ ਗੱਲ ਲੰਬੀ ਕਰਦੇ ਹੋ, ਦਰਸ਼ਕ ਛੇਤੀ, ਉਹ ਇਹ ਆ ਕਿ ਪੰਜਾਬ ਪੁਲਿਸ ਨੇ ਇਹਨਾਂ ਦੇ ਕਹਿਣ ਤੇ ਪਰਚਾ ਦਰਜ ਕਰਤਾ 5 ਬੰਦਿਆਂ ਦੇ ਕਹਿਣ ਤੇ। 9 ਚੋਂ 6 ਬੰਦੇ ਇੰਡੀਆ ਆ ਗਏ ਵਾਪਸ ਫॉर ਵਾਟ ਐਵਰ ਰੀਜ਼ਨ, ਤੇ ਫਿਰ ਇਹਨਾਂ ਨੇ ਤੁਹਾਡੇ ਤੇ ਦਰਜ ਕਰਾਤਾ ਪਰਚਾ। ਉਦੋਂ ਬਾਅਦ ਫਿਰ ਦੱਸੋ ਪੁਲਿਸ ਨੇ ਕੀ ਕਾਰਵਾਈ ਕੀਤੀ, ਤੁਹਾਡੇ ਨਾਲ ਸੰਪਰਕ ਕੀਤਾ ਨਹੀਂ ਕੀਤਾ ਜੀ?
ਮੇਰੇ ਨਾਲ ਜੀ ਪੁਲਿਸ ਨੇ ਕਦੇ ਕੋਈ ਸੰਪਰਕ ਨਹੀਂ ਜਾ ਕੀਤਾ, ਨਾ ਹੀ ਮੈਂ ਕੰਟਰੀ ਦੇ ਵਿੱਚ ਕਦੇ ਆਇਆ ਤੇ ਨਾ ਹੀ ਮੈਂ ਪਹਿਲਾਂ ਆਇਆ 2005 ਤੋਂ, ਤੇ ਮੈਨੂੰ ਕੋਈ ਸੰਪਰਕ ਨਹੀਂ ਜਾ ਕੀਤਾ। ਮੈਨੂੰ ਅਫੀਸ਼ੀਅਲ ਜਿਹੜਾ ਮੈਨੂੰ ਪਤਾ ਲੱਗਿਆ ਵੀ ਮੈਨੂੰ ਇਹਨਾਂ ਨੇ ਪੀਓ ਕਰਤਾ, ਤੇ ਮੈਂ ਇੰਗਲੈਂਡ ਦਾ ਤੇ ਨਿਊਜ਼ੀਲੈਂਡ ਦਾ ਸਿਟੀਜ਼ਨ ਆ, ਤੇ ਮੈਂ ਪਹਿਲਾਂ ਵੀ ਦੱਸ ਚੁੱਕਿਆ, ਤੇ ਮੈਂ ਨਾ ਇਹਨਾਂ ਤੋਂ ਕੋਈ ਪੈਸਾ ਲਿਆ, ਨਾ ਮੈਂ ਕੋਈ ਅਮਰੀਕਾ ਦਾ ਡਾਲਰ ਲਿਆ। ਤੇ ਪਹਿਲਾਂ ਪੁਲਿਸ ਨੂੰ ਮੈਂ ਜੋ ਅਸੀਂ ਦੁਨੀਆ ਦੇ ਵਿੱਚ ਅਸੀਂ ਜੋ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਰਹਿ ਕੇ ਜੋ ਸਿੱਖਿਆ, ਪਹਿਲੀ ਗੱਲ ਇਹ ਆ, ਪੁਲਿਸ ਨੂੰ ਇਹਨਾਂ ਤੋਂ ਹਮੇਸ਼ਾ ਐਵੀਡੈਂਸ ਲੈਣਾ ਚਾਹੀਦਾ। ਐਵੇਂ ਕਿਸੇ ਚੱਕ ਕੇ, ਜਿਵੇਂ ਹੁਣ ਐਵੇਂ ਕਿਸੇ ਬੰਦੇ ਨੂੰ ਚੱਕ ਕੇ ਉਹਨੂੰ ਬਦਨਾਮ ਕਰ ਦੇਣਾ, ਤੇ ਜਾਂ ਉਹਨੂੰ ਅਨਨੈਸੈਸਰੀ ਜਿਹੜੀਆਂ ਉਹਨੂੰ ਟੌਰਚਰ ਕਰਨਾ, ਇੰਨੇ ਸਾਲ ਜਿਹੜਾ ਉਹਨੂੰ ਪਿੱਛੇ ਲੈ ਜਾਣਾ ਇੱਕ ਬਿਜ਼ਨਸਮੈਨ ਨੂੰ, ਇਹ ਇੰਡੀਆ ਗੌਰਮੈਂਟ ਦੀ ਚੰਗੀ ਗੱਲ ਨਹੀਂ ਗੀ। ਕਿਉਂਕਿ ਹੁਣ ਜਿਵੇਂ ਨਵੀਂ ਸਰਕਾਰ ਆਈ ਆ, ਇਹਨਾਂ ਨੇ ਇੱਕ ਆਪਦਾ ਗਰੁੱਪ ਲੈ ਕੇ ਗਏ ਨੇ, ਜਿਹੜਾ ਜਰਮਨ ਦੇ ਵਿੱਚ ਵੀ ਬਿਜ਼ਨਸਮੈਨ ਆਉਣ। ਮੈਨੂੰ ਸਮਝ ਨਹੀਂ ਆਉਂਦੀ ਵੀ ਬਿਜ਼ਨਸਮੈਨ ਕਿਵੇਂ ਆ ਕੇ ਆਪਦਾ ਇਨਵੈਸਟ ਕਰਨਗੇ, ਜਿਨ੍ਹਾਂ ਦੇ ਮੇਰੇ ਵਰਗੇ ਬੰਦੇ ਦੇ ਉੱਤੇ ਜਿਹੜਾ ਨਾ ਸਿਟੀਜ਼ਨ ਆ, ਨਾ ਕਦੇ ਆਇਆ, ਨਾ ਕੋਈ ਕ੍ਰਾਈਮ ਕੀਤਾ। ਜੇ ਕੋਈ ਮੈਂ ਕ੍ਰਾਈਮ ਕੀਤਾ ਸੀ ਤਾਂ ਇਹਨਾਂ ਲੋਕਾਂ ਨੂੰ ਚਾਹੀਦਾ ਸੀ ਮੇਰੇ ਉੱਤੇ ਫਿਜੀ ਦੇ ਵਿੱਚ FIR ਦਰਜ ਕਰਾਉਂਦੇ। ਪਹਿਲੀ ਗੱਲ ਆ, ਉਹ ਨੋਟਰੀ ਤੋਂ ਇਹ ਜਿਹੜਾ ਨੋਟਰੀ ਪਬਲਿਕ ਤੋਂ 9 ਬੰਦੇ ਜਿਹੜੇ ਨੇ, ਉਹ ਸਾਰੇ ਦੇ ਸਾਰੇ ਉਹ ਇੱਕ ਐਫੀਡੇਵਿਟ, ਇੱਕ ਡੈਕਲੇਰੇਸ਼ਨ ਬਣਾ ਕੇ ਲੈ ਕੇ ਆਏ ਨੇ, ਕਿ ਅਸੀਂ ਜੇ ਕੋਈ ਗਲਤ ਅਸੀਂ ਕੋਈ ਕਾਰਵਾਈ ਕਰੀਏ ਤੇ ਉਹਦੇ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ, ਉਹ ਤੇ ਆਪਦਾ ਜਿਹੜਾ ਖਰਚਾ ਉਹਦੇ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ। 3 ਲੱਖ ਰੁਪਈਆ ਜਿਹੜਾ ਕੈਸ਼ ਆ, ਉਹ ਕਿਤੋਂ ਤਾਂ ਇਹਨਾਂ ਨੇ ਬੈਂਕਾਂ ਦੇ ਵਿੱਚੋਂ ਚੱਕਿਆ ਹੀ ਹੋਊਗਾ, ਜਾਂ ਅਮਰੀਕਾ ਦੇ ਡਾਲਰ ਨੇ ਜਿਹੜੀ ਕਿਹੜੀ ਬੈਂਕ ਤੋਂ ਲੈ ਆਉਣਗੇ। ਇਹ ਪਹਿਲਾਂ ਸਵਾਲ ਉੱਠਦਾ ਪੰਜਾਬ ਪੁਲਿਸ ਦੇ ਉੱਤੇ ਕਿ ਪੰਜਾਬ ਪੁਲਿਸ ਚੌਕੀਦਾਰ ਤੋਂ ਲੈ ਕੇ ਜੱਜ ਦਾ ਕੰਮ ਸਾਰੇ ਆਪੇ ਹੀ ਕਰ ਦਿੰਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਬਈ ਅੱਜ ਕੱਲ ਇੰਨੀ ਦੁਨੀਆ ਅਗਾਂਹ ਵੱਧ ਚੁੱਕੀ ਆ, ਤੇ ਹੁਣ ਅਸੀਂ ਕਿਹੜੀ ਦੁਨੀਆ ਦੇ ਵਿੱਚ ਵਸਦੇ ਆ, ਤੇ ਸਾਡੇ ਨਾਲ ਅੱਜ ਵੀ ਫੇਰ ਧੱਕਾ ਹੁੰਦਾ। ਸਿਰਫ ਪੰਜਾਬ ਦੇ ਵਿੱਚ ਹੀ ਕਿਉਂ ਹੁੰਦਾ? NRI ਤਾਂ ਸਾਰੇ ਇੰਡੀਆ ਦੇ ਵਿੱਚ ਨੇ, ਇੰਡੀਆ ਦੇ ਵਿੱਚੋਂ ਬਸੇ ਹੋਏ ਨੇ ਦੁਨੀਆ ਦੇ ਵੱਖੋ ਵੱਖਰੇ ਕੋਨਿਆਂ ਦੇ ਵਿੱਚ। ਇਹ ਪੰਜਾਬ ਦੇ ਵਿੱਚ ਹੀ ਕਿਉਂ ਹੁੰਦਾ ਹੈ ਸਾਰਾ ਕੁਝ? ਕਿਹੜਾ ਬੰਦਾ ਮਤਲਬ ਕਿ ਜਿੰਨੀ ਗੱਲ ਤੁਹਾਡੀ ਮੈਨੂੰ ਸਮਝ ਆਈ ਹੈ, ਜਾਂ ਤੁਸੀਂ ਮੇਰੇ ਨਾਲ ਪਹਿਲਾਂ ਜੋ ਟੈਲੀਫੋਨ ਤੇ ਗੱਲ ਕੀਤੀ ਆ, ਮੈਂ ਹੁਣ ਜਿੰਨੀ ਗੱਲ ਸਮਝਿਆ ਤੁਹਾਨੂੰ ਸੰਖੇਪ ਚ ਉਹ ਐਕਸਪਲੇਨ ਕਰ ਦੇਣਾ, ਬਰੀਫਲੀ ਨਰੇਟ ਕਰ ਦੇਣਾ। ਪੰਜਾਬ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ, ਤੁਹਾਡਾ ਬਿਆਨ ਨਹੀਂ ਲਿਆ, ਤੁਹਾਡਾ ਜਿਹੜਾ ਐਵੀਡੈਂਸ ਤੁਸੀਂ ਦੱਸਦੇ ਹੋ ਉਹ ਨਹੀਂ ਪੁੱਛਿਆ। ਜਿਹੜੇ ਇਹ 9 ਬੰਦੇ ਫਿਜੀ ਵਿੱਚ ਪਹੁੰਚੇ ਇਨਵੈਸਟਰ ਵੀਜ਼ਾ ਲੈਣ ਦੇ ਮਾਰੇ, ਉਹ ਬੰਦਿਆਂ ਦੀ ਤੁਸੀਂ ਮੀਟਿੰਗਾਂ ਕਰਾਈਆਂ ਵੱਖ-ਵੱਖ ਫਿਜੀ ਦੇ ਮਹਿਕਮਿਆਂ ਨਾਲ। ਉਹਨਾਂ ਨੇ 27 ਮਾਰਚ ਨੂੰ ਮੇਰਾ ਖਿਆਲ ਮੀਟਿੰਗ ਹੋਈ 2011 ਚ, ਤੇ ਉਹ ਸਾਰੇ ਤੁਹਾਡੇ ਕੋਲ ਹੈਗੇ ਆ ਮੀਟਿੰਗਾਂ ਦੇ। ਬਿਲਕੁਲ ਸਾਰੇ ਹੈਗੇ ਨੇ। ਇਲਜ਼ਾਮ ਲਾਇਆ ਜੀ ਸਾਨੂੰ ਇਹ ਲੈ ਗਿਆ ਉੱਥੋਂ ਫਿਜੀ ਤੋਂ ਸਮੋਆ ਜਾ ਕੇ ਸਾਨੂੰ ਕੈਦ ਹੋ ਗਈ, ਅਸੀਂ ਫੜੇ ਗਏ, ਤੇ ਇਸ ਨੇ ਸਾਡੇ ਨਾਲ ਕੀਤਾ ਧੋਖਾ। ਇਹ ਸਾਰੀਆਂ ਗੱਲਾਂ ਇਹਨਾਂ ਨੇ ਪਰਚੇ ਦੇ ਵਿੱਚ ਜਾਂ ਆਪਣੇ ਚਲਾਨ ਦੇ ਵਿੱਚ ਪੁਲਿਸ ਨੇ ਕਿਹਾ ਤੁਹਾਡੇ ਬਾਰੇ। ਇਹਦੇ ਬਾਰੇ ਜਾਣਕਾਰੀ ਦਿਓ, ਸਪਸ਼ਟੀਕਰਨ ਦਿਓ। ਬਿਲਕੁਲ ਸਰਾਸਰ ਝੂਠ ਆ ਜੀ। ਇਹ ਪੰਜਾਬ ਪੁਲਿਸ ਨੂੰ ਚਾਹੀਦਾ ਫਿਜੀ ਗਵਰਨਮੈਂਟ ਜਾਂ ਪੁਲਿਸ ਡਿਪਾਰਟਮੈਂਟ ਤੋਂ ਜਾਂ ਸਮੂਹਾਂ ਦੇ ਡਿਪਾਰਟਮੈਂਟ ਤੋਂ ਪੁੱਛ ਲੈਣ। ਜੇ ਇਹਨਾਂ ਦੀ ਇੱਕ ਵੀ ਗੱਲ ਸੱਚੀ ਹੋਵੇ, ਮੈਂ ਆਪਦੀ ਧੌਣ ਲਹਾਉਣ ਲਈ ਤਿਆਰ ਹਾਂ, ਕਿਉਂਕਿ ਮੈਂ ਇੱਕ ਸ਼ਰੀਫ ਫੈਮਿਲੀ ਨੂੰ ਬਿਲੋਂਗ ਕਰਦਾ। ਮੈਨੂੰ ਰੱਬ ਨੇ, ਸੱਚੇ ਪਾਤਸ਼ਾਹ ਨੇ ਮੇਰੀ ਔਕਾਤ ਨਾਲੋਂ ਬਹੁਤ ਕੁਝ ਜ਼ਿਆਦਾ ਦਿੱਤਾ ਹੋਇਆ। ਜੇ ਮੈਨੂੰ ਆਪਦੇ ਮੈਂ ਜਿਹੜਾ ਉਹਦੇ ਨਾਲ ਸਬਰ ਨਹੀਂਗਾ, ਜੋ ਕੁਝ ਰੱਬ ਨੇ ਦਿੱਤਾ ਤਾਂ ਮੈਨੂੰ ਕਿਸੇ ਦੇ ਦਿੱਤਿਆਂ ਸਬਰ ਨਹੀਂ ਆਉਣਾ। ਇਹ ਬਿਲਕੁਲ ਸਰਾਸਰ ਝੂਠ ਆ। ਕੋਈ ਵੀ ਮੈਨੂੰ ਸਾਬਤ ਕਰ ਦੇਣ, ਇਹ ਕੋਈ ਪੈਸਾ ਸਾਬਤ ਕਰ ਦੇਣ ਵੀ 3 ਲੱਖ ਰੁਪਈਆ ਮੈਨੂੰ, ਇਹ ਪਹਿਲੀ ਤਾਂ ਗੱਲ ਗੈਰ ਕਾਨੂੰਨੀ ਆ, ਲਿਆਉਣਾ ਇੰਡੀਆ ਦੀ ਕਰੰਸੀ ਗੈਰ ਕਾਨੂੰਨੀ ਆ। ਤੇ ਦੂਜੀ ਗੱਲ ਇਹ ਆ ਵੀ ਅਮਰੀਕਾ ਦੇ ਡਾਲਰ ਆ ਜਿਹੜੇ, ਉਹ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਇਹਨਾਂ ਨੂੰ ਮਿਲਣੇ ਆ। ਉਹ ਬਕਾਇਦਾ ਜਿਹੜੇ ਉਹਦੇ ਪਾਸਪੋਰਟ ਦੇ ਉੱਤੇ ਨੋਟ ਹੁੰਦੇ ਨੇ ਜਾਂ ਟਰੈਵਲ ਚੈੱਕ ਬਣਦੇ ਨੇ, ਉਹਨਾਂ ਦੀ ਤਫਤੀਸ਼ ਕਰ ਲੈਣੀ ਚਾਹੀਦੀ ਸੀ ਪੰਜਾਬ ਪੁਲਿਸ ਨੂੰ। ਮੈਂ 1000 ਬੰਦੇ ਲਈ ਕੇਪੇਬਲ ਆ ਜੌਬ ਦੇਣ ਲਈ। ਮੈਂ ਸਿਰਫ ਇਹ ਉਤਸ਼ਾਹ ਕੀਤਾ ਸੀ ਵੀ ਮੈਂ ਵੀ ਚੀਫ ਮਿਨਿਸਟਰ ਦੇ ਸੱਦੇ ਦੇ ਉੱਤੇ ਆਵਾਂ, ਪੰਜਾਬ ਆਵਾਂ ਤੇ ਆਪਦਾ ਵੀ ਹਿੱਸਾ ਪਾਵਾਂ ਮੈਂ ਪੰਜਾਬ ਦੀ ਤਰੱਕੀ ਦੇ ਵਿੱਚ। ਪਰ ਜਦੋਂ ਮੇਰੇ ਨਾਲ ਆਹ ਕੁਛ ਹੋਇਆ, ਮੈਂ ਕਿਵੇਂ ਹੌਸਲਾ ਕਰ ਸਕਦਾ ਵੀ ਮੈਂ ਇੱਥੇ ਆ ਕੇ ਆਪਦਾ ਸਿਰ ਜਿਹੜਾ ਥੱਲੇ ਪਸਾ ਲਵਾਂ, ਆ ਕੇ ਸਿਰ ਆਪਦਾ ਘਲਾੜੀ ਚ ਦੇ ਲਵਾਂ। ਤੇ ਇਹ ਸਰਾਸਰ ਝੂਠ ਆ। ਇੱਕ ਗੱਲ ਮੈਂ ਪ੍ਰੂਵ ਕਰਨ ਲਈ ਤਿਆਰ ਆ। ਮੈਨੂੰ ਕੋਈ ਵੀ ਜਿਹੜਾ ਇਮਾਨਦਾਰ ਅਫਸਰ ਆ ਮੈਨੂੰ ਪੁੱਛੇ, ਮੈਨੂੰ ਆਨਲਾਈਨ ਲਵੇ, ਮੈਂ ਪੁਲਿਸ ਤੋਂ ਸਾਰੇ ਡਿਪਾਰਟਮੈਂਟ ਤੋਂ ਵੀ
ਇਹਦੀ ਵੈਰੀਫਾਈ ਕਰਾ ਸਕਦਾ, ਸਮੂਹਾਂ ਤੋਂ ਵੀ ਕਰਾ ਸਕਦਾ, ਇੱਥੋਂ ਵੀ ਕਰਾ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਗੀ। ਮੈਂ ਕਰਾਂ 1% ਜੇ ਮੇਰੇ ਵਿੱਚ ਗਲਤੀ ਹੋਵੇ ਤਾਂ ਮੈਂ ਉਹ ਸਜ਼ਾ ਦਾ ਹੱਕਦਾਰ ਹਾਂ, ਬਿਲਕੁਲ ਹੱਕਦਾਰ ਹਾਂ। ਜੋ ਕਿ ਮੇਰੇ ਤੇ ਚਿੱਕੜ ਸਿੱਟਿਆ ਗਿਆ ਜਾਂ ਮੈਨੂੰ ਪਰੇਸ਼ਾਨ ਕੀਤਾ ਗਿਆ ਇੰਨਾ ਚਿਰ 11 ਸਾਲ ਤੇ ਪਹਿਲਾਂ ਬਾਕੀ ਪਹਿਲੇ ਸਾਲ 2005 ਤੋਂ ਲੈ ਕੇ 26/12/2005 ਤੋਂ ਜੋ ਕੁਛ ਇਹਨਾਂ ਨੇ ਮੇਰੇ ਨਾਲ ਕੀਤਾ ਇਹ ਚੰਗਾ ਨਹੀਂਗਾ, ਕਿਉਂਕਿ ਅਸੀਂ ਪੰਜਾਬ ਦੇ ਪੁੱਤ ਹਾਂ ਤੇ ਅਸੀਂ ਮਿਹਨਤਾਂ ਦੇ ਨਾਲ ਜਾ ਕੇ ਆਪਦੀ ਕਾਮਯਾਬੀ ਕੀਤੀ ਆ। ਅਸੀਂ ਬਹੁਤ ਦੁੱਖ ਝੱਲੇ ਨੇ ਤੇ ਦੁੱਖ ਝੱਲਣ ਤੋਂ ਬਾਅਦ ਦੇ ਵਿੱਚ ਅਸੀਂ ਸੈੱਟ ਹੋਏ ਆ ਜਾ ਕੇ। ਤੇ ਸੋ ਇਹ ਗੱਲ ਆ, ਇਹ ਬਿਲਕੁਲ ਸਰਾਸਰ ਝੂਠ ਆ। ਮੈਂ ਇੱਕ ਗੱਲ ਦਾ ਜਵਾਬ ਦੇਣ ਲਈ ਤਿਆਰ ਹਾਂ ਜੀ। ਤੇ ਹੁਣ ਤੁਸੀਂ ਗਰੇਵਾਲ ਸਾਹਿਬ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਆ ਕੁਲਦੀਪ ਸਿੰਘ ਧਾਲੀਵਾਲ NRI ਅਫੇਅਰ ਮੰਤਰੀ ਨੂੰ, ਉਹ ਤੇ ਦੱਸੋ ਕੀ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜੀ? ਉਸ ਕਾਰਵਾਈ ਦਾ ਹਾਲੇ ਮੈਨੂੰ ਕੋਈ ਨਹੀਂਗਾ ਜੀ ਪਤਾ। ਜੋ ਕੁਝ ਵੀ ਉਹ ਮੇਰੇ ਤੋਂ ਐਵੀਡੈਂਸ ਮੰਗਣ, ਪੰਜਾਬ ਪੁਲਿਸ ਮੰਗੇ, ਮੈਂ ਦੇਣ ਲਈ ਰੈਡੀ ਹਾਂ। ਆਪਦੀ ਟਰੈਵਲ ਹਿਸਟਰੀ ਦੇਣ ਲਈ ਤਿਆਰ ਹਾਂ, ਮੈਂ ਆਪਦੇ ਪਾਸਪੋਰਟਾਂ ਦੀਆਂ ਕਾਪੀਆਂ ਦੇਣ ਲਈ ਤਿਆਰ ਹਾਂ ਵੀ ਮੈਂ ਤੁਹਾਡਾ ਸਿਟੀਜ਼ਨ ਨਹੀਂ, ਨਾ ਮੈਂ ਕਦੇ ਆਇਆ। ਜੇ ਇਹਨਾਂ ਨੂੰ ਫਿਜੀ ਪੁਲਿਸ ਤੋਂ ਕੋਈ ਵੈਰੀਫਿਕੇਸ਼ਨ ਚਾਹੀਦੀ ਆ, ਜਿਵੇਂ ਉਹ ਬੰਦੇ ਦੱਸ ਰਹੇ ਨੇ ਵੀ ਸਾਨੂੰ ਅੰਦਰ ਜੇ ਜਾਣਾ ਪੈ ਗਿਆ, ਫਲਾਨਾ ਜਾਣਾ ਪੈ ਗਿਆ, ਮੈਂ ਵੈਰੀਫਾਈ ਕਰਾਉਣ ਲਈ ਤਿਆਰ ਹਾਂ। ਉਹ ਮੈਂ ਇੱਥੋਂ ਦਾ ਬਿਜ਼ਨਸਮੈਨ ਹੋਣ ਦੇ ਕਾਰਨ ਉਹ ਮੇਰੀ ਗੱਲ ਸੁਣਨਗੇ ਤੇ ਮੈਨੂੰ ਸਹਿਯੋਗ ਵੀ ਦੇਣਗੇ ਉਹ, ਕਿਉਂਕਿ ਉਹਨਾਂ ਨੂੰ ਪਤਾ ਵੀ ਮੈਂ ਕਿੰਨੀਆਂ ਕੁ ਜੌਬਾਂ ਇਸ ਕੰਟਰੀ ਦੇ ਵਿੱਚ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਨੇ ਤੇ ਉਹ ਮੇਰਾ ਪੂਰਾ ਸਾਥ ਦੇਣਗੇ। ਇਹਨਾਂ ਨੂੰ ਇੱਕ ਗੱਲ ਨੂੰ ਕਲੈਰੀਫਾਈ ਕਰਨਾ ਚਾਹੀਦਾ ਪੰਜਾਬ ਪੁਲਿਸ ਨੂੰ, ਬਿਲਕੁਲ, ਕਿਉਂਕਿ ਮੇਰੇ ਇਕੱਲੇ ਦੇ ਨਾਲ ਨਹੀਂ, ਬਹੁਤ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਹੁੰਦਾ। ਲੋਕ ਪਹਿਲਾਂ ਕਹਿੰਦੇ ਕੁਛ ਹੋਰ ਨੇ ਤੇ ਜਾ ਕੇ ਕੁਛ ਇੱਥੇ ਵੱਡੀਆਂ ਸਟੋਰੀਆਂ ਬਣਾ ਕੇ ਆਪਦੇ ਬੰਦਿਆਂ ਨੂੰ ਬਦਨਾਮ ਕਰਦੇ ਨੇ। ਤੇ ਦੂਜੀ ਗੱਲ ਆ, ਇਹ ਉਹਨਾਂ ਨੂੰ ਇੰਡੀਆ ਆਉਣ ਤੋਂ, ਪੰਜਾਬ ਆਉਣ ਤੋਂ ਰੋਕਦੇ ਨੇ, ਕਿਉਂਕਿ ਉਹਨਾਂ ਦੀਆਂ ਜਾਇਦਾਦਾਂ ਨੇ ਜਿਹੜੀਆਂ ਹੜੱਪ ਲੈਣ, ਉਹਦੇ ਵਿੱਚ ਇਨਵੋਲਵ ਜਿਹੜੇ ਉਹਨਾਂ ਦੇ ਘਰ, ਉਹਨਾਂ ਦੀਆਂ ਫੈਮਲੀਆਂ ਵੀ, ਪਰਿਵਾਰ ਦੇ ਮੈਂਬਰ ਵੀ ਹੁੰਦੇ ਨੇ ਤੇ ਉਹਦੇ ਨਾਲ ਕੁਛ ਜਿਹੜੇ ਬਾਕੀ ਦੇ ਪੁਲਿਸ ਵਾਲੇ ਵੀ ਉਹਨਾਂ ਦਾ ਸਾਥ ਦਿੰਦੇ ਨੇ, ਉਹਨਾਂ ਤੋਂ ਪੈਸੇ ਲੈ ਕੇ ਦਿੰਦੇ ਨੇ। ਮੇਰੇ ਤੋਂ ਵੀ ਪਹਿਲੇ ਕੇਸ ਦੇ ਵਿੱਚ 10 ਲੱਖ ਦੀ ਡਿਮਾਂਡ ਕੀਤੀ ਸੀ ਡੀਐਸਪੀ ਨੇ, ਮੈਨੂੰ ਨਾ ਦੇਣ ਦੇ ਕਰਕੇ ਉਹਨੇ ਮੈਨੂੰ ਅੱਜ ਤੱਕ ਉਹ ਜਿਹੜੀ ਮੈਨੂੰ ਸਜ਼ਾ ਮਿਲੀ ਸੀ, ਪਰ ਕੋਰਟ ਨੇ ਮੈਨੂੰ ਉਹਦਾ ਜਿਹੜਾ ਸੀਗਾ, ਕੋਰਟ ਨੇ ਮੈਨੂੰ ਇਨਸਾਫ ਦਿੱਤਾ ਤੇ DGP ਸਾਹਿਬ ਚੰਦਰ ਸ਼ੇਖਰ ਸਾਹਿਬ ਨੇ ਇਨਕੁਆਇਰੀ ਮੇਰੀ ਕਰਵਾਈ ਸੀ, ਜਿਹੜੀ ਉਸ ਵੇਲੇ ਦੇ DSP ਤੇ SP ਤੋਂ, ਉਹਨਾਂ ਨੇ ਵੀ ਮੈਨੂੰ ਕਲੀਨ ਚਿੱਟ ਦਿੱਤੀ ਸੀਗੀ। ਆ ਮੇਰੇ ਤੇ ਸੈਕੰਡ ਟਾਈਮ ਮੇਰੀ ਗੈਰ ਹਾਜ਼ਰੀ ਦੇ ਵਿੱਚ ਆ ਜਿਹੜਾ ਮੇਰੇ ਨਾਲ ਹੈਪ ਭਾਣਾ ਵਰਤਿਆ ਹੈ। ਅੱਛਾ ਜੀ, ਗਰੇਵਾਲ ਸਾਹਿਬ, ਤੁਹਾਡੇ ਨਾਲ ਜਿਹੜੇ ਬੰਦੇ ਉੱਥੇ ਗਏ ਸੀ, ਮਤਲਬ ਕਿ ਤੁਸੀਂ ਜਿਨ੍ਹਾਂ ਨੂੰ ਫੈਸਿਲੀਟੇਟ ਕੀਤਾ ਸੀ ਗਰੁੱਪ ਨੂੰ, ਉਹਦੇ ਵਿੱਚ ਇੱਕ ਪ੍ਰੇਮ ਕਹਾਣੀ ਸੁਣਾਉਂਦੇ ਸੀ ਤੁਹਾਨੂੰ, ਤੁਸੀਂ ਮੈਨੂੰ ਦੱਸੀ ਸੀ। ਇਸ਼ਕ ਮਸ਼ੂਕੀ ਦੀ ਕਹਾਣੀ ਵੀ ਹੋ ਗਈ ਸੀ। 2 ਬੰਦੇ ਉੱਥੇ ਗੁਰਦੁਆਰੇ ਗਏ, ਉੱਥੇ 2 ਕੁੜੀਆਂ ਨੂੰ ਮਿਲੇ ਹੈ ਜੀ, ਉਹ ਪੰਜਾਬੀ ਕੁੜੀਆਂ ਇੱਕ ਹੋਟਲ 'ਚ ਕੰਮ ਕਰਦੀਆਂ ਸੀ, ਤੇ ਉਹ ਕਹਾਣੀ ਜਿਹੜੀ ਹੈਗੀ ਆ ਪ੍ਰੇਮ ਕਥਾ, ਉਹਦੇ ਬਾਰੇ ਵੀ ਦੱਸੋ। ਉਹਨਾਂ ਦੇ ਵਿੱਚ ਇਹ ਹੈ ਜੀ, ਇਹ 3 ਮੈਂਬਰ ਜਿਹੜੇ ਸਾਡੇ ਕੋਲੇ ਪਿੱਛੇ ਰਹਿ ਗਏ ਸੀਗੇ ਜਾਣ ਤੋਂ, ਪਰਮਜੀਤ ਕੌਰ, ਸੁਖਜੀਤ ਸਿੰਘ ਤੇ ਇੱਕ ਮੁੰਡਾ ਜਿਹੜਾ ਸੀਗਾ ਮੇਰੇ ਦੋਸਤ ਦਾ ਭਾਣਜਾ ਸੀਗਾ, ਉਹਦਾ ਨਾਮ ਸਰਬਜੀਤ ਸਿੰਘ। ਇਹ 3 ਜਾਣੇ ਪਿੱਛੇ ਰਹਿ ਗਏ ਸੀ ਤੇ ਇਹ ਤਕਰੀਬਨ ਗੁਰਦੁਆਰੇ ਜਾਂਦੇ ਰਹਿੰਦੇ ਸੀਗੇ। ਤੇ ਉੱਥੇ ਇਹਨਾਂ ਨੂੰ 2 ਕੁੜੀਆਂ ਮਿਲੀਆਂ ਪੰਜਾਬ ਤੋਂ ਆਈਆਂ ਹੋਈਆਂ, ਜਿਹੜੀਆਂ ਸਰਦਾਰ ਚਰਨਜੀਤ ਸਿੰਘ ਦੇ ਹੋਟਲ ਦੇ ਵਿੱਚ ਕੰਮ ਕਰਨ ਦੇ ਲਈ ਆਈਆਂ ਸੀਗੀਆਂ। ਚਰਨਜੀਤ ਸਿੰਘ ਤੋਂ ਵੀ ਉਹ ਮੈਂ ਉਹਦਾ ਵੈਰੀਫਾਈ ਕਰਾ ਸਕਦਾ। ਤੇ ਉਹ ਜਿਹੜੀਆਂ ਆਈਆਂ ਸੀਗੀਆਂ ਤੇ ਉਹਨਾਂ ਦੇ ਨਾਲ ਇਹਨਾਂ ਦਾ ਮੇਲ ਮਿਲਾਪ ਹੋਇਆ ਤੇ ਉਹ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਰਿਸ਼ਤਾ ਅੱਗੇ ਵੱਧ ਗਿਆ। ਇਹਦੇ ਨਾਲ ਉਹ ਦੋਨੋਂ ਜਿਹੜੀਆਂ ਸੁਖਜੀਤ ਸਿੰਘ ਤੇ ਦੂਜੇ ਦੇ ਨਾਲ ਜਿਹੜਾ ਸਰਬਜੀਤ ਸਿੰਘ ਦੇ ਨਾਲ ਉਹ ਕੁੜੀਆਂ ਦਾ ਰਿਸ਼ਤਾ ਕਾਇਮ ਹੋ ਗਿਆ ਤੇ ਉਹ ਤੋਂ ਬਾਅਦ ਦੇ ਵਿੱਚ ਉਹ ਗਰਭਵਤੀ ਹੋ ਗਈ ਇੱਕ ਕੁੜੀ। ਤੇ ਫਿਰ ਇਹਨਾਂ ਨੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇੱਥੋਂ ਜਾਈਏ, ਕਿਉਂਕਿ ਇਹਨਾਂ ਦੀਆਂ ਫੈਮਿਲੀ, ਇਹਨਾਂ ਨੂੰ ਇਹ ਸੀਗਾ ਵੀ ਅਸੀਂ ਬਦਨਾਮ ਹੋਵਾਂਗੇ, ਹੁਣ ਇੱਥੇ ਵੀ ਬਦਨਾਮ ਹੋਵਾਂਗੇ ਤੇ ਲੜਕੀਆਂ ਦਾ ਵੀ, ਇਹਨਾਂ ਨੇ ਲੜਕੀਆਂ ਦੀ ਜਿਹੜੀ ਉਹ ਵੀ ਜ਼ਿੰਦਗੀ ਬਰਬਾਦ ਕੀਤੀ। ਮੈਨੂੰ ਪਤਾ ਲੱਗਿਆ ਵੀ ਉਹ ਵੀ ਲੜਕੀਆਂ ਵਾਪਸ ਚਲੀਆਂ ਗਈਆਂ ਸੀਗੀਆਂ ਜੀ। ਮਤਲਬ ਕਿ ਇਹ ਜਿਹੜੇ ਮੁੰਡੇ ਸੀ ਇਹ ਪਹਿਲਾਂ ਭਾਰਤ ਦੇ ਵਿੱਚ ਸ਼ਾਦੀशुदा ਸੀ, ਪਹਿਲਾਂ ਸ਼ਾਦੀशुदा ਸੀ। ਉਹ ਕੁੜੀਆਂ ਨਾਲ ਇਹਨਾਂ ਨੇ ਇੱਕ ਉਹਨਾਂ ਚੋਂ ਸ਼ਾਦੀशुदा ਸੀਗਾ, ਉਹਨੇ ਉਹਦਾ ਨਾਲ ਰਿਸ਼ਤਾ ਕਾਇਮ ਕਰ ਲਿਆ, ਜਿਹੜਾ ਸੁਖਜੀਤ ਸਿੰਘ ਸੀਗਾ ਜਿਹਦਾ ਨਾਮ, ਉਹ ਕੋਈ ਪਹਿਲਾਂ ਇੱਥੇ ਕੋਈ ਟੈਕਸੀ ਚਲਾਉਂਦਾ ਸੀਗਾ ਤੇ ਉਹ ਮੇਰੇ ਦੋਸਤ ਦਾ ਭਾਣਜਾ ਸੀਗਾ, ਸੌਰੀ ਉਹਦੀ ਵਾਈਫ ਦਾ ਭਾਣਜਾ, ਭਤੀਜਾ ਸੀਗਾ ਦੱਸਣ ਦੇ ਮੁਤਾਬਕ। ਸੋ ਮਤਲਬ ਹੈ ਜੀ ਕੁਝ ਬੰਦੇ ਤਾਂ ਆਪਦੀ ਇਸ਼ਕ ਮਸ਼ੂਕੀ 'ਚ ਫਸ ਕੇ ਵਾਪਸ ਆ ਗਏ, ਭੱਜੇ ਆਏ, ਤੇ ਕੁਝ ਮੈਡੀਕਲ ਤੋਂ ਭੱਜੇ ਜੀ, ਇਸ ਕਰਕੇ ਆ ਗਏ। ਜਿਵੇਂ ਤੁਸੀਂ ਮੈਨੂੰ ਟੈਲੀਫੋਨ ਤੇ ਦੱਸਿਆ ਵੀ ਉਹਨਾਂ ਨੂੰ ਡਾਇਬਟੀਜ਼ ਸੀ ਜਾਂ ਹੋਰ ਬਿਮਾਰੀਆਂ ਸੀ, ਉਹਨਾਂ ਨੂੰ ਮੈਡੀਕਲ ਟੈਸਟ ਪਾਸ ਕਰਨਾ ਔਖਾ ਸੀ,
ਕਿਉਂਕਿ ਜੇ ਵੀਜ਼ਾ ਉਹਨਾਂ ਨੇ ਇਨਵੈਸਟਰ ਵੀਜ਼ਾ, ਲੌਂਗ ਟਰਮ ਵੀਜ਼ਾ ਜਾਂ ਵਰਕ ਪਰਮਿਟ ਲੈਣਾ ਸੀ, ਮੈਡੀਕਲ ਕਰਾਉਣਾ ਫਿਜੀ ਦੇ ਵਿੱਚ ਬਹੁਤ ਲਾਜ਼ਮੀ ਹੈ, ਜ਼ਰੂਰੀ ਹੈ, ਪਾਸ ਕਰਨਾ ਜ਼ਰੂਰੀ ਹੈ। ਸੋ ਉਹਨਾਂ ਨੂੰ ਇਹ ਸਪਸ਼ਟ ਹੋ ਗਿਆ, ਜਿਵੇਂ ਤੁਸੀਂ ਮੈਨੂੰ ਦੱਸਿਆ, ਕਿ ਵੀ ਅਸੀਂ ਮੈਡੀਕਲ ਟੈਸਟ ਦਾ ਪਾਸ ਕਰ ਨਹੀਂ ਸਕਣਾ। ਉਹ ਵੀ ਆਪਣੀ ਮਰਜ਼ੀ ਨਾਲ ਵਾਪਸ ਆ ਗਏ, ਭਾਰਤ ਆ ਗਏ। ਭਾਰਤ ਆ ਕੇ ਫਿਰ ਉਹਨਾਂ ਨੇ ਤੁਹਾਡੇ ਤੇ ਇੱਕ ਕਥਿਤ ਤੌਰ ਤੇ ਝੂਠਾ ਪਰਚਾ ਦਰਜ ਕਰਾ। ਉਸ ਬਿਲਕੁਲ ਪਰਚੇ ਦੇ ਸੱਚਾਈ ਹੈ ਵਿੱਚ ਜੀ। ਪੁਲਿਸ ਦੀ ਜਿਹੜੀ ਤਫਤੀਸ਼ ਸੀ ਉਹ ਸਹੀ ਨਹੀਂ ਹੋਈ, ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਗਿਆ, ਤੁਹਾਨੂੰ ਪੁੱਛਿਆ ਨਹੀਂ ਗਿਆ, ਤੇ ਮੈਂ ਫਿਰ ਇਸੇ ਲਈ ਧਾਲੀਵਾਲ ਸਾਹਿਬ ਕੋਲੇ ਬੇਨਤੀ ਕੀਤੀ ਹੈ ਨੇਮਡ ਅਫੈਂਡਰ ਡਿਕਲੇਅਰ ਕਰਤਾ ਗਿਆ ਜੀ ਪੁਲਿਸ ਦੇ ਕਹਿਣ ਤੇ ਅਦਾਲਤ ਵੱਲੋਂ। ਹੁਣ ਤੁਸੀਂ ਇਹ ਜੀ। ਦੱਸੋ ਗਰੇਵਾਲ ਸਾਹਿਬ, ਤੁਹਾਡੀ ਅੱਗੇ ਕਾਨੂੰਨੀ ਜਿਹੜੀ ਕਾਰਵਾਈ ਆ, ਜਾਂ ਤੁਸੀਂ ਇਸ ਮਾਮਲੇ ਦੀ ਪੈਰਵਾਈ ਕਾਨੂੰਨੀ ਤੌਰ ਤੇ ਕਿਵੇਂ ਕਰੋਗੇ? ਮੈਂ ਉਸੇ ਕਰਕੇ ਜੀ ਮੈਂ ਧਾਲੀਵਾਲ ਸਾਹਿਬ ਨੂੰ ਰਿਕੁਐਸਟ ਕੀਤੀ ਆ, ਮੈਂ ਚਾਹੁੰਦਾ ਵੀ ਜੋ ਜਿਸ ਅਫਸਰ ਦੀ ਵੀ ਡਿਊਟੀ ਲੱਗਦੀ ਆ ਉਹ ਮੇਰੇ ਨਾਲ ਰਾਬਤਾ ਕਾਇਮ ਕਰਨ। ਮੈਂ ਇੱਕ ਇੱਕ ਐਵੀਡੈਂਸ ਉਹਨਾਂ ਨੂੰ ਦੇਣ ਲਈ ਤਿਆਰ ਆ ਹਮੇਸ਼ਾ, ਤੇ ਜੋ ਕੁਛ ਇਨਕੁਆਰੀ ਆ ਮੈਂ ਪੂਰਾ ਸਹਿਯੋਗ ਦੇਣ ਲਈ ਤਿਆਰ ਆ। ਤੇ ਮੈਂ ਚਾਹੁੰਦਾ ਵੀ ਜਿਹੜੀ ਮੇਰੇ ਨਾਲ ਹੋਈ ਆ ਬਾਕੀ ਲੋਕਾਂ ਨਾਲ ਵੀ ਬਾਲਿਆਂ ਨਾਲ ਹੁੰਦੀ ਆ ਤੇ ਗਾਹਾਂ ਨਾ ਹੋਵੇ, ਕਿਉਂਕਿ ਗੱਲ ਆ ਵੀ ਇੰਡੀਅਨਾਂ ਦੇ ਪੰਜਾਬੀਆਂ ਦਾ ਨਾਂ ਬਦਨਾਮ ਹੁੰਦਾ। ਸਪੈਸ਼ਲੀ ਪੰਜਾਬ ਪੁਲਿਸ, ਮੈਂ ਸਾਰੀ ਨੂੰ ਮਾੜੀ ਨਹੀਂ ਕਹਿੰਦਾ, ਪਰ ਜਿੰਨੇ ਤਕਰੀਬਨ ਜਿੰਨੇ ਇਹਨਾਂ ਦੇ ਵਿੱਚੋਂ 90% ਜਿਹੜੇ ਨੇ ਉਹ ਮੇਰਾ ਖਿਆਲ ਆ ਵੀ ਸਾਰੇ ਕਰਪਟ ਲੋਕ ਨੇ, ਬੀ ਓਨੈਸਟ। ਕਿਉਂਕਿ ਗੱਲ ਆ ਵਿਦੇਸ਼ਾਂ ਦੇ ਵਿੱਚ ਜਿਹੜੇ ਪੁਲਿਸ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਬੰਦਾ ਹੁੰਦਾ, ਉਹਨੂੰ ਜਦੋਂ ਉਹਨੂੰ ਭੈ ਹੁੰਦਾ ਵੀ ਜੇ ਮੈਂ ਕੋਈ ਗਲਤ ਕੰਮ ਕਰੂੰਗਾ ਤਾਂ ਮੈਨੂੰ ਇਹਦੀ ਸਜ਼ਾ ਮਿਲੂਗੀ। ਮੈਨੂੰ ਸਮਝ ਨਹੀਂ ਆਉਂਦੀ ਬਈ ਸਾਡੇ NRI ਦੇ ਨਾਲ ਧੱਕਾ ਕਿਉਂ ਹੁੰਦਾ। ਜਦੋਂ ਇਹਨਾਂ ਨੂੰ ਸਾਡੀ ਲੋੜ ਹੁੰਦੀ ਆ, ਪੰਜਾਬ ਨੂੰ ਲੋੜ ਹੁੰਦੀ ਆ, ਤੇ ਉਦੋਂ ਇਹਨਾਂ ਨੂੰ NRI ਯਾਦ ਆ ਜਾਂਦੇ ਨੇ, ਤੇ ਜਦੋਂ ਅਸੀਂ ਮੁਸ਼ਕਲ ਦੇ ਵਿੱਚ ਆਉਂਦੇ ਆ ਜਾਂ ਸਾਨੂੰ ਕਿਤੇ ਫਸਾਇਆ ਜਾਂਦਾ ਉਦੋਂ ਸਾਡਾ ਕੋਈ ਸਾਥ ਨਹੀਂ ਕਰ ਦਿੰਦਾ। ਤੇ ਹੁਣ ਮੈਨੂੰ ਧਾਲੀਵਾਲ ਸਾਹਿਬ ਦੇ ਕਿੰਨੇ NRI ਨੇ ਜਿਨ੍ਹਾਂ ਦਾ ਇੱਥੇ ਪੰਜਾਬ ਪੁਲਿਸ ਨਾਲ ਪੰਗਾ ਚੱਲ ਰਿਹਾ ਹੈ ਜਾਂ ਪੰਜਾਬ ਪੁਲਿਸ ਦੇ ਕੰਮਾਂ ਤੋਂ ਪੀੜਤ ਨੇ, ਕਿੰਨੇ ਕੁ ਹੋਣਗੇ ਤੁਹਾਡੇ ਧਿਆਨ 'ਚ? ਮੇਰੇ ਹਿਸਾਬ ਦੇ ਨਾਲ ਜੀ, ਮੇਰੇ ਹਿਸਾਬ ਦੇ ਨਾਲ ਵੀ ਲੱਖਾਂ ਦੇ ਵਿੱਚ ਗਿਣਤੀ ਬਣ ਜਾਣੀ ਆ ਉਹਨਾਂ ਦੀ। ਜੇ ਤਗੜ ਸਾਹਿਬ, ਮੈਂ ਬਹੁਤ ਖੁਸ਼ਕਿਸਮਤ ਸਮਝਦਾ ਵੀ ਤੁਸੀਂ ਮੈਨੂੰ ਤੁਸੀਂ ਮੈਨੂੰ ਟਾਈਮ ਦਿੱਤਾ ਆਪਦਾ ਪੱਖ ਰੱਖਣ ਦਾ, ਤੇ ਮੈਂ ਚਾਹੁੰਦਾ ਵੀ ਹਰ ਇੱਕ NRI ਨੂੰ ਸੁਣਿਆ ਜਾਵੇ। ਤੇ ਮੈਂ ਚਾਹੁੰਦਾ RTI ਐਕਟ ਰਾਹੀਂ ਲੈ ਕੇ ਜਿਹੜੇ ਇਹਨਾਂ ਨੇ ਲੋਕਾਂ ਨੇ ਪੁੱਠੇ ਕੇਸ ਦਰਜ ਕੀਤੇ ਨੇ, ਪੰਜਾਬ ਪੁਲਿਸ ਵਾਲਿਆਂ ਨੇ ਪੈਸੇ ਲੈ ਕੇ ਜਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਖੁਆਰ ਕੀਤਾ, ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਤੇ ਇੱਕ ਇੱਕ ਕੇਸ ਦੀ ਇਨਕੁਆਇਰੀ ਹੋਣੀ ਚਾਹੀਦੀ ਆ। ਮੈਂ ਗਵਰਨਮੈਂਟ ਨੂੰ ਬੇਨਤੀ ਕਰੂੰਗਾ, ਕਿਉਂਕਿ ਬਹੁਤ ਸੁਲਝੇ ਹੋਏ ਬੰਦੇ ਨੇ ਕੁਲਦੀਪ ਸਿੰਘ ਧਾਲੀਵਾਲ, ਤੇ ਉਹਨਾਂ ਨੇ ਜਿਹੜਾ ਉਪਰਾਲਾ ਮੈਂ ਜੋ ਉਹਨਾਂ ਨੂੰ ਅਰਜੀ ਦਿੱਤੀ ਆ, ਜੋ ਮੈਂ ਐਪਲੀਕੇਸ਼ਨ ਦਿੱਤੀ ਆ, ਜਿਹੜੀ ਉਹਨਾਂ ਨੇ ਗੌਰ ਕੀਤੀ ਆ ਤੇ ਅੱਗੇ ਮਾਰਕ ਕੀਤੀ ਆ ADGP ਸਾਹਿਬ ਨੂੰ, ਮੈਂ ਬਹੁਤ ਧੰਨਵਾਦੀ ਹੋਊਂਗਾ। ਮੈਂ ਕਹਿੰਦਾ ਮੈਂ ਇੱਕ ਇੱਕ ਗੱਲ ਕਲੀਅਰ ਕਰਨ ਦੇ ਲਈ ਰੈਡੀ ਆ। ਤੇ ਦੂਜੀ ਗੱਲ ਆ, ਮੈਂ ਚਾਹੁੰਦਾ ਵੀ ਲੋਕਾਂ ਨਾਲ ਹੋਰਾਂ ਨਾਲ ਵੀ ਧੱਕਾ ਨਾ ਹੋਵੇ, ਕਿਉਂਕਿ ਜੇ ਇਸੇ ਤਰ੍ਹਾਂ ਸਾਡੇ ਮੰਤਰੀ ਸਾਡਾ ਸਹਿਯੋਗ ਦੇਣਗੇ, ਸਰਕਾਰ ਸਹਿਯੋਗ ਦਊਗੀ, ਪੁਲਿਸ ਵਾਲੇ ਸਹਿਯੋਗ ਦੇਣਗੇ, ਇਮਾਨਦਾਰ ਅਫਸਰ ਵੀ ਰੈਡੀ ਟੂ ਜੁਆਇਨ ਦਾ ਇਨਕੁਆਇਰੀ। ਐਂਡ ਅਸੀਂ ਇੱਕ ਇੱਕ ਗੱਲ ਅਸੀਂ ਆਪਦਾ ਪੱਖ ਰੱਖਾਂਗੇ। ਤੇ ਅਸੀਂ ਚਾਹੁੰਦੇ ਆ ਵੀ ਜਿਹੜੇ ਲੋਕਾਂ ਨੇ ਸਾਨੂੰ ਸਜ਼ਾਵਾਂ, ਜਿਹੜੇ ਲੋਕਾਂ ਨੇ ਸਾਨੂੰ ਇਸ ਤਰ੍ਹਾਂ ਝੂਠੇ ਕੇਸਾਂ ਦੇ ਵਿੱਚ ਫਸਾਇਆ, ਸਾਨੂੰ ਜਿਹੜੀ ਸਰਕਾਰ ਆ ਸਾਨੂੰ ਇਨਸਾਫ ਦੇਵੇ ਤੇ ਇਹਨਾਂ ਦੇ ਉੱਤੇ ਇਹੋ ਜਿਹੇ ਗਲਤ ਲੋਕਾਂ ਦੇ ਉੱਤੇ ਐਕਸ਼ਨ ਲਵੇ, ਕਿਉਂਕਿ ਇਹਦੇ ਨਾਲ ਪੰਜਾਬੀਅਤ ਦਾ ਤੇ ਪੰਜਾਬ ਦਾ ਤੇ ਹਿੰਦੁਸਤਾਨ ਦਾ, ਇੰਡੀਆ ਦਾ ਬਹੁਤ ਨਾਂ ਬਦਨਾਮ ਹੁੰਦਾ, ਖਰਾਬ ਹੁੰਦਾ। ਤੇ ਜਿਹੜੇ ਲੋਕ ਸਫਰ ਕਰਦੇ ਨੇ ਸਾਡੇ ਗਰੇਵਾਲ, ਤੁਹਾਡੀ ਹੁਣ ਇਸ ਵਕਤ ਕਿੰਨੀ ਕੁ ਜਾਇਦਾਦ ਹੈ ਪੰਜਾਬ ਦੇ ਵਿੱਚ ਜਿਹੜੀ ਤੁਹਾਡੇ ਨਾਂ ਤੇ ਹੈ, ਜਿਹਦੇ ਤੁਸੀਂ ਮਾਲਕ ਹੋ? ਕਿੰਨੀ ਕੁ ਜਾਇਦਾਦ ਹੋਊ? ਮੇਰੇ ਸਿਰਫ ਮੈਂ ਜਿਹੜੀ ਜ਼ਮੀਨ ਆ 25 ਏਕੜ ਜਿਹੜੀ ਆ ਹੁਸ਼ਿਆਰਪੁਰ ਦੇ ਵਿੱਚ ਆਪਦੇ ਰਿਸ਼ਤੇਦਾਰਾਂ ਤੋਂ ਖਰੀਦੀ ਸੀਗੀ, ਸਿਰਫ ਉਹ ਮੈਂ ਜਿਹੜੀ ਖਰੀਦੀ ਸੀਗੀ ਉਹ ਮੈਂ ਇੱਕ ਅਟਾਰਨੀ ਦੇ ਉੱਤੇ ਖਰੀਦੀ ਸੀਗੀ, ਕਿਉਂਕਿ ਜਿਹੜਾ ਇਦੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ। ਮੇਰੀ ਵਾਈਫ ਤੇ ਬ੍ਰਦਰ ਸੀਗਾ ਸਕਾ, ਤੇ ਉਹਦੀ ਸਕੀ ਭੈਣ ਜਿਹੜੀ ਮੇਰੇ ਭਰਜਾਈ ਵੀ ਲੱਗਦੀ ਆ, ਉਹਨਾਂ ਤੋਂ ਮੈਂ ਇੱਕ ਜਿਹੜਾ ਵਿਸ਼ਵਾਸ ਦੇ ਨਾਲ ਉਹਨਾਂ ਨੂੰ ਪੈਸੇ ਪੇ ਕਰਕੇ ਜਿਹਦੇ ਮੈਂ ਸਾਰੇ ਐਵੀਡੈਂਸ DSP ਰਜਿੰਦਰ ਸਿੰਘ ਉਸ ਵੇਲੇ ਦੇ DSP ਗੜਸ਼ੰਕਰ ਸੀਗੇ ਤੇ SP ਜਸਵੀਰ ਸਿੰਘ ਰਾਏ ਸੀ, ਤੇ ਉਹ ਤੋਂ ਬਾਅਦ ਦੇ ਵਿੱਚ ਮੇਰਾ ਖਿਆਲ ਆਪਣੇ ਜਿਹੜੇ ਨੇ ਉਹ ਰਜਿੰਦਰ ਸਿੰਘ ਤਾਂ SSP ਜਲੰਧਰ ਤੋਂ ਰੂਰਲ ਤੋਂ ਰਿਟਾਇਰ ਵੀ ਹੋ ਚੁੱਕੇ ਨੇ। ਉਹਨਾਂ ਨੂੰ ਜਦੋਂ ਮੈਂ ਇੱਕ ਉਹਨਾਂ ਨੇ ਮੇਰੇ ਨਾਲ ਇੱਕ ਗੱਲ ਸ਼ੇਅਰ ਕਰਕੇ ਮੇਰੇ ਨਾਲ ਇੱਕ ਗੱਲ ਤਾਂ ਮੇਰੇ ਤੋਂ ਉਹਨਾਂ ਨੇ ਜਿਹੜੀ ਇਨਕੁਆਇਰੀ ਕੀਤੀ, ਉਹਦੇ ਚ ਉਹਨਾਂ ਨੇ ਫਿਰ ਮੈਨੂੰ ਬੇਦੋਸ਼ ਪਾਇਆ ਗਿਆ, ਤਾਂ ਮੈਨੂੰ ਉਹਨਾਂ ਨੇ ਕਲੀਨ ਚਿੱਟ ਦਿੱਤੀ। ਤੇ ਉਸੇ ਤਰ੍ਹਾਂ ਮੈਂ ਚਾਹੁੰਦਾ ਵੀ ਕੋਈ ਇਮਾਨਦਾਰ ਅਫਸਰ ਜਿਹਦੀ ਵੀ ਇਨਕੁਆਇਰੀ ਕਰੇ, ਇੱਕ ਗੱਲ ਦੇ ਉੱਤੇ ਉਹਨੂੰ ਕਲੀਅਰ ਕਰੇ ਤੇ ਉਹ ਤੋਂ ਐਵੀਡੈਂਸ ਲਵੇ
ਤੇ ਦੂਜੀ ਪਾਰਟੀ ਤੋਂ ਵੀ ਐਵੀਡੈਂਸ ਲਵੇ ਤੇ ਬਣਦੀ ਕਾਨੂੰਨੀ ਕਾਰਵਾਈ ਕਰੇ। ਚਾਹੇ ਜੇ ਕਿਸੇ NRI ਨੇ ਕਿਸੇ ਨੇ ਦੋਸ਼ ਕੀਤਾ, ਕੋਈ ਕੁਛ ਕੀਤਾ, ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ। ਜੇ ਉਹਨੇ ਨਹੀਂ ਕੀਤਾ ਤਾਂ ਜਿਹੜਾ ਬੰਦਾ ਉਹਨੂੰ ਫਸਾ ਰਿਹਾ ਉਹਨੂੰ ਵੀ ਸਜ਼ਾ ਉਹਦੀ ਮਿਲਣੀ ਚਾਹੀਦੀ ਆ, ਕਿਉਂਕਿ ਤਾਂ ਕਿ ਅੱਗੇ ਇਹ ਝੂਠੇ ਕੇਸਾਂ ਦੇ ਠੱਲ ਪੈ ਸਕੇ। ਅੱਛਾ ਗਰੇਵਾਲ ਸਾਹਿਬ, ਮੈਂ ਤਾਂ ਤੁਹਾਨੂੰ ਇਹ ਪੁੱਛਿਆ ਵੀ ਤੁਹਾਡੀ ਹੁਣ ਤੱਕ ਕਿੰਨੀ ਕੁ ਜਾਇਦਾਦ ਪੰਜਾਬ ਦੇ ਵਿੱਚ ਹੈਗੀ ਆ ਜਿਹਦੇ ਤੇ ਤੁਹਾਡੇ ਰਿਸ਼ਤੇਦਾਰ ਅੱਖ ਰੱਖੀ ਬੈਠੇ ਆ, ਕਬਜ਼ਾ ਕਰਨਾ ਚਾਹੁੰਦੇ ਆ? ਉਹ ਕਿੰਨੇ ਕਿੱਲੇ ਜ਼ਮੀਨ ਆ ਜਾਂ ਕੋਈ ਹੋਰ ਅਰਬਨ ਪ੍ਰਾਪਰਟੀ ਆ? ਹਾਂਜੀ। ਉਹ ਜੀ ਮੇਰੀ ਸਿਰਫ ਮੇਰੇ ਫਾਦਰ ਦੀ ਜਿਹੜੀ ਜੱਦੀ ਜਾਇਦਾਦ ਆ ਜਾਂ ਘਰ ਆ ਉਹੀ ਸੀਗਾ, ਤੇ 25 ਏਕੜ ਜਿਹੜੇ ਮੈਂ ਲਏ ਸੀ ਇਹ ਮੈਂ ਵੱਖਰੇ ਲਏ ਸੀਗੇ, ਤੇ ਉਹ ਤੋਂ ਇਲਾਵਾ ਮੇਰੇ ਕੋਲੇ ਇੱਥੇ ਕੁਛ ਨਹੀਂਗਾ, ਕਿਉਂਕਿ ਮੇਰੀ ਸਾਰੀ ਜਿਹੜੀ ਪ੍ਰਾਪਰਟੀ ਆ ਉਹ ਵਿਦੇਸ਼ਾਂ ਦੇ ਵਿੱਚ ਆ। ਤੇ ਹੁਣ ਮੈਂ ਸੋਚਦਾ ਸੀਗਾ ਵੀ ਮੈਂ ਕੁਛ ਪ੍ਰੋਜੈਕਟ ਲਾਵਾਂ ਇੱਥੇ, ਵੀ ਜਿਹੜਾ ਮੈਂ ਕਾਫੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੂੰ ਕੰਮ ਦੇਵਾਂ। ਤੇ ਪਰ ਗੱਲ ਆ ਵੀ ਉਹ ਹੁਣ ਫਿਰ ਮੈਨੂੰ ਮੇਰੀ ਇਨਕੁਆਇਰੀ ਦੇ ਉੱਤੇ ਡਿਪੈਂਡ ਕਰਦਾ, ਤੇ ਕਿਉਂਕਿ ਮੇਰੇ ਦੋਸਤ ਗਰੁੱਪ ਜਿਹੜਾ ਮੇਰਾ NRI ਗਰੁੱਪ ਆ ਉਹ ਕਾਫੀ ਉਤਸ਼ਾਹਤ ਆ ਇਨਵੈਸਟ ਕਰਨ ਦੇ ਲਈ, ਤੇ ਉਹਨਾਂ ਨੇ ਮੈਨੂੰ ਵੀ ਉਤਸ਼ਾਹਤ ਕੀਤਾ ਵੀ ਤੂੰ ਆਪਾਂ ਇਕੱਠੇ ਹੋ ਕੇ ਇਨਵੈਸਟ ਕਰੀਏ। ਪਰ ਮੈਂ ਉਹਨਾਂ ਨੂੰ ਆਪਦਾ ਪੱਖ ਰੱਖਿਆ, ਆਪਦੀ ਤਕਲੀਫ ਰੱਖੀ, ਤਾਂ ਉਹਨਾਂ ਨੇ ਜਾ ਕੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਕੋਲੇ ਅਪਰੋਚ ਕੀਤੀ, ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਵੀ ਤਾਂ ਕਿ ਮੇਰੀ ਇਨਕੁਆਇਰੀ ਹੋ ਸਕੇ। ਠੀਕ ਹੈ ਜੀ ਗਰੇਵਾਲ ਸਾਹਿਬ, ਮੈਂ ਤੁਹਾਨੂੰ ਪੰਜਾਬ ਦਸਤਾਵੇਜ਼ ਵੱਲੋਂ ਇਹ ਇੱਕ ਬੇਨਤੀ ਕਰੂੰਗਾ ਕਿ ਜੇ ਕੋਈ ਹੋਰ NRI ਵੀਰ ਆਪਣਾ ਮਸਲਾ ਸਾਡੇ ਪਲੇਟਫਾਰਮ ਤੇ ਰੱਖਣਾ ਚਾਹਣ, ਜੇ ਉਹਨਾਂ ਨਾਲ ਧੱਕਾ ਹੋਇਆ, ਉਹ ਸਾਨੂੰ ਕਨਵਿੰਸ ਕਰਨ ਕਿ ਸਾਡੇ ਨਾਲ ਜ਼ਿਆਦਤੀ ਹੋਈ ਆ। ਅਸੀਂ ਉਹਨਾਂ ਦੇ ਮਾਮਲੇ ਆਪਣੇ ਚੈਨਲ ਰਾਹੀਂ, ਪੰਜਾਬ ਦਸਤਾਵੇਜ਼ ਰਾਹੀਂ ਜਨਤਕ ਕਰਨ ਲਈ, ਹਾਈਲਾਈਟ ਕਰਨ ਲਈ ਤਿਆਰ ਹਾਂ। ਤੁਸੀਂ ਸਾਰੇ ਆਪਣੇ NRI ਭਰਾਵਾਂ ਨੂੰ ਬੇਨਤੀ ਕਰ ਦਿਓ, ਮੈਸੇਜ ਕਨਵੇ ਕਰ ਦਿਓ ਕਿ ਉਹ ਜਿਹੜੀ ਫਾਈਟਿੰਗ ਸਪਿਰਿਟ ਆ ਉਹ ਖਤਮ ਨਾ ਕਰਨ, ਪੰਜਾਬ ਨਾਲ ਪਿਆਰ ਬਣਾਈ ਰੱਖਣ, ਪੰਜਾਬੀਅਤ ਨਾਲ ਪਿਆਰ ਬਣਾਈ ਰੱਖਣ। ਅਸੀਂ ਸਾਰੇ ਤੁਹਾਡੇ ਸਹਿਯੋਗ ਲਈ ਤਿਆਰ ਹਾਂ। ਜੇ ਤੁਹਾਡੇ ਨਾਲ ਧੱਕਾ ਹੋਇਆ, ਉਹਦੇ ਵਿੱਚ ਜਿਹੜੀ ਕਾਰਵਾਈ ਤੁਸੀਂ ਕਰਨੀ ਆ, ਉਹਦੇ ਵਿੱਚ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਯੋਗਦਾਨ ਪਾਉਣ ਲਈ ਤਿਆਰ ਹਾਂ। ਸੋ ਅਸੀਂ ਤੁਹਾਡੀ ਬਾਂਹ ਫੜਨ ਲਈ ਤਿਆਰ ਹਾਂ। ਤੁਸੀਂ ਸਾਹਮਣੇ ਆਓ, ਡਟ ਕੇ ਗੱਲ ਕਰੋ, ਤੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਆ, ਇਹਦਾ ਜਿਹੜਾ ਰੁਖ ਹੈ NRIs ਵੱਲ, ਉਹ ਬੜਾ ਸਿੰਪਥੈਟਿਕ ਆ, ਬਹੁਤ ਚੰਗਾ। ਸੋ ਤੁਸੀਂ ਬਿਲਕੁਲ ਨਾ ਘਬਰਾਓ, ਤੁਸੀਂ ਕਾਨੂੰਨੀ ਰਾਏ ਲਓ, ਆਪਣਾ ਕੋਈ ਵਕੀਲ ਕਰੋ ਤੇ ਇਸ ਮਾਮਲੇ ਦੀ ਪੈਰਵਾਈ ਕਰੋ। ਮੈਂ ਇੱਕ ਸਾਬਕਾ DGP ਨਾਲ ਗੱਲ ਕੀਤੀ ਸੀ ਤੁਹਾਡੇ ਮਾਮਲੇ ਬਾਰੇ, ਜਿਹੜੇ ਕਿ ਪੰਜਾਬ NRI ਕਮਿਸ਼ਨ ਦੇ ਵਿੱਚ ਲੱਗੇ ਰਹੇ ਆ। ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਆਏ ਬਿਨਾਂ ਵੀ ਵਕੀਲ ਕਰਕੇ ਆਪਣੇ ਕੇਸ ਦੀ ਪੈਰਵਾਈ ਕਰ ਸਕਦੇ ਹੋ। ਤੁਸੀਂ ਐਂਟੀਸਪੇਟਰੀ ਬੇਲ ਵੀ ਲੈ ਸਕਦੇ ਹੋ, ਬਾਹਰ ਬੈਠੇ ਅਗਾਊਂ ਜ਼ਮਾਨਤ। ਤੁਹਾਨੂੰ ਇੱਥੇ ਆਉਣ ਤੇ ਕੋਈ ਨਹੀਂ ਰੋਕ ਸਕਦਾ। ਤੁਸੀਂ ਕਾਨੂੰਨੀ ਜਿਹੜਾ ਹੈਗਾ ਕਾਰਵਾਈ ਕਰੋ, ਕਾਨੂੰਨ ਦੀ ਮਦਦ ਲਓ, ਪੰਜਾਬ ਆਓ, ਪੰਜਾਬ ਦੇ ਵਿੱਚ ਇਨਵੈਸਟ ਕਰੋ ਤੇ ਪੰਜਾਬ ਦੀ ਖੁਸ਼ਹਾਲੀ ਵਿੱਚ ਹਿੱਸਾ ਪਾਓ। ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ। ਤੇ ਜੇ ਕੋਈ ਤੁਹਾਡੀ ਸਮੱਸਿਆ ਅੱਗੇ ਨੂੰ ਵੀ ਹੋਈ, ਸਾਨੂੰ ਦੱਸਦੇ ਰਹੋ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਦਿਲੋਂ ਧੰਨਵਾਦ ਤਗੜ ਸਾਹਿਬ, ਸਾਰੇ ਸੁਣਨ ਵਾਲਿਆਂ ਦਾ ਧੰਨਵਾਦ ਬਹੁਤ ਬਹੁਤ। ਤੇ ਮੈਂ ਬਾਕੀ NRIs ਨੂੰ ਵੀ ਕਹੂੰਗਾ, ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਮੈਂ ਆਪਦਾ ਈਮੇਲ ਜਿਹੜਾ ਮੇਰਾ ਫੇਸਬੁੱਕ ਦੇ ਉੱਤੇ ਵੀ ਹੈ, ਤਗੜ ਸਾਹਿਬ ਤੋਂ ਵੀ ਲੈ ਸਕਦੇ ਹੋ ਤੁਸੀਂ। ਮੇਰੀ ਜਿਹੜੀ ਡਿਟੇਲ ਆ, ਮੋਸਟ ਵੈਲਕਮ। ਮੈਂ ਚਾਹੁੰਦਾ ਵੀ ਸਾਰੇ ਲੋਕਾਂ ਨੂੰ ਇਨਸਾਫ ਮਿਲੇ, ਮੇਰੇ ਵਰਗਿਆਂ ਨੂੰ। ਜੇ ਕਿਸੇ ਨੇ, ਅਸੀਂ ਜਿਹੜਾ ਕੋਈ NRI ਆ, ਜੇ ਕਿਸੇ ਨੇ ਕਿਸੇ ਨਾਲ ਧੱਕਾ ਕੀਤਾ, ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ। ਪਰ ਬਾਕੀ ਜਿਹੜੇ ਬੇਗੁਨਾਹ ਲੋਕ ਆ, ਜੇ ਉਹਨਾਂ ਨੂੰ ਖਾਮਖਾ ਖਰਾਬ ਨਾ ਕੀਤਾ ਜਾਵੇ। ਇਸ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਆ, ਤੇ ਪੰਜਾਬ ਪੁਲਿਸ ਨੂੰ ਬੇਨਤੀ ਆ। ਧੰਨਵਾਦ ਤਗੜ ਸਾਹਿਬ। ਸਰਦਾਰ ਦਲਜੀਤ ਸਿੰਘ ਗਰੇਵਾਲ, ਜਿਨ੍ਹਾਂ ਨੇ ਆਪਣੀ ਦਾਸਤਾਨ ਸੁਣਾਈ ਕਿ ਉਹਨਾਂ ਨਾਲ ਕਿੱਦਾਂ ਜ਼ਿਆਦਤੀ ਹੋਈ। ਗੁਜ਼ਾਰਿਸ਼ ਕਰਦੇ ਹਾਂ ਕਿ ਪੰਜਾਬ ਦਸਤਾਵੇਜ਼ ਪਲੇਟਫਾਰਮ ਸਾਰੇ ਦਰਸ਼ਕਾਂ ਲਈ, ਖਾਸ ਕਰਕੇ NRIs ਲਈ ਵੀ ਅਵੇਲੇਬਲ ਆ। ਜੇ ਉਹਨਾਂ ਦੀ ਕੋਈ ਸਮੱਸਿਆ, ਧੱਕਾ ਹੋਇਆ, ਉਹ ਆਪਣੀ ਦਰਦ ਕਹਾਣੀ ਸਾਡੇ ਚੈਨਲ ਤੇ ਆ ਕੇ ਹਾਈਲਾਈਟ ਕਰ ਸਕਦੇ ਆ, ਤੇ ਅਸੀਂ ਉਹਨਾਂ ਦਾ ਸਾਥ ਦਿਆਂਗੇ। ਅੱਜ ਦੀ ਮੁਲਾਕਾਤ ਵਿੱਚ ਇੰਨਾ ਹੀ। ਮੈਨੂੰ ਰਜਿੰਦਰ ਤੱਗੜ ਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ, ਨਮਸਕਾਰ।